सुखबीर सिंह बादल ने जिहड़ा भाषण दिता उस तो लगता है कि सीधे तौर पर जिहड़ा अगला एजेंडा अकाली दल ने तय किया है कि कैप्टन अमरिंदर तो पिछले 4 साल का हिसाब किताब मंगया जाएगा। वादे पोलीटिकल पार्टियां करदियां, मैनीफेस्टो भी जारी करदियां, पर पहली बारी होया सी कि धर्म नूं विच लिया के वादे कीते गए सी। जो मौजूदा हालात बने हुए ने उन्हां मुताबक कल्ले कांग्रेस पार्टी तो या कांग्रेस सरकार तो भी जिहड़ा हिसाब किताब है वो तो लैना ही लेना है। अकाली दल तो भी जिहड़ा हैगा वो भी जिहड़ा पिछला भी बकाया खड़ा आ जे। ਮੰਨ ਲਓ ਜਿੱਦਣ ਬਜਟ ਆ ਗਿਆ ਇਹਨਾਂ ਨੇ ਆਪਣੀਆਂ ਗੱਲਾਂ ਕਹੀਆਂ, ਫੈਸਲੇ ਹੋ ਗਏ, ਉੱਥੇ ਨਹੀਂ ਹੁੰਦੇ ਤੇ ਅੰਦਰ ਡਿਸਕਸ਼ਨ ਕਰਨ, ਉਹਨਾਂ ਦੀ ਜਵਾਬਦੇਹੀ ਹੋਵੇ ਤੇ ਆਪਣੇ ਪਹਿਲੇ ਡਾਕੂਮੈਂਟ ਦਿਖਾ ਲੈਣ, ਵੰਡਣ, ਵੱਧ ਤੋਂ ਵੱਧ ਵੰਡਣ ਕਿ ਅਸੀਂ ਆ ਕਿਹਾ ਸੀ, ਆ ਹੋਇਆ, ਇਹਦਾ ਆ ਸਾਧਨ। ਯਾਨੀ ਸੀਰੀਅਸ ਨਹੀਂ, ਮੇਰਾ ਕਹਿਣ ਦਾ ਮਤਲਬ ਇਹ ਪਾਰਟੀਆਂ ਸੀਰੀਅਸ ਨਹੀਂ। सरकार सुत्ती हुई है और आपां नूं भी पता है कैप्टन अमरिंदर सिंह लोगों में तो जाना ही की है, आपके एमएलए मंत्रियों भी नहीं पुछते। बेशक आम आदमी पार्टी जिहड़ी हैगी है वो मुख विरोधी पार्टी सी ना, तो आम आदमी पार्टी ने मुख विरोधी पार्टी का जिहड़ा रोल हुंदा वो निभाया ना ही अकाली दल ने अपनी जिम्मेदारी कोई इस तरह की जिन्ने भी एमएलए हैगे टुटे भज्जे उहदे नाल कोई इन्हां ने कोई कार्रवाई। ਅੱਜ ਜੇ ਤਿੰਨੇ ਕਾਨੂੰਨ ਵਾਪਸ ਲੈ ਲਏ ਜਾਣ ਮੰਨ ਲਓ ਤੇ ਐਮਐਸਪੀ ਦੀ ਗਾਰੰਟੀ ਸਰਕਾਰ ਕਹੇ ਅਸੀਂ ਨਹੀਂ ਦਿੰਦੇ, ਦੇਖੀ ਜਾਊਗੀ ਜਿਹੋ ਜਿਹੀ ਹੋਊਗੀ, ਜਿੰਨੇ ਕੁ ਪੈਸੇ ਹੋਣਗੇ ਉਹਨਾਂ ਕੁ ਖਰੀਦ ਲਾਂਗੇ, ਬਾਕੀ ਨਹੀਂ ਸਾਡੇ ਕੋਲ ਪੈਸੇ ਆ ਗਏ। ਐਫਸੀਆਈ ਉਹਨਾਂ ਹੀ ਖਰੀਦੂ ਜਿੰਨੀ ਸਾਡੇ ਕੋਲ ਲੋੜ ਹੈ। ਸਾਡੇ ਕੋਲ 3 ਸਾਲ ਦੇ ਬਥੇਰਾ ਅਨਾਜ ਹੈਗਾ ਇੱਥੇ ਪਿਆ ਹੋਇਆ, ਬਾਕੀ ਛੱਡ ਦਿਆ ਸਾਡਾ, ਤੇ ਸਾਡੀ ਐਫਸੀਆਈ ਕਰਜਾਈ ਆ, ਅਸੀਂ ਲਵਾਂਗੇ ਜਿੰਨੀ ਸਾਨੂੰ ਲੋੜ ਹੈ, ਸਾਡਾ ਕੋਈ ਬਾਕੀ ਤੁਹਾਨੂੰ ਅਸੀਂ ਕੋਈ ਸਾਡਾ ਦਾਣਾ ਦਾਣਾ ਤੁਹਾਡਾ ਚੁੱਕਣਾ ਪੈਸਾ ਤੁਹਾਨੂੰ ਦੇਣਾ, ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਇਹ ਖਤਮ ਹੈ ਕੰਮ, 2-3 ਸਾਲਾਂ ਦਾ ਹੀ ਖੇਲ ਹੈ, ਖੇਤੀ ਖਤਮ ਹੋ ਜੂਗੀ। ਪਾਣੀ ਦੇ ਪਛਾੜਾ ਖਾਣ ਨੂੰ ਤਾਂ ਜੀ ਉਹਦੇ ਨਾਲ ਕਹਿੰਦੇ ਨੇ ਨਾ ਕਿ ਉਹ ਚੀਚੀ ਨੂੰ ਉਂਗਲ ਲਾ ਕੇ ਖੂਨ ਲਾ ਕੇ ਸ਼ਹੀਦ ਬਣਨਾ ਚਾਹੁੰਦੇ ਨੇ। ਉਹਦੇ ਨਾਲ ਕੀ ਫਰਕ ਪੈਂਦਾ ਜੀ? ਅਸੈਂਬਲੀ ਦਾ ਘਰਾਓ ਕਰ ਲੈਣ, ਜਿੱਥੇ ਮਰਜ਼ੀ ਕਰ, ਜੋ ਮਰਜ਼ੀ ਕਰ ਲੈਣ। ਕਿਉਂ ਨਹੀਂ ਵਿਰੋਧੀ ਪਾਰਟੀਆਂ ਪੈਰਲਲ ਡਾਕੂਮੈਂਟ ਲੈ ਕੇ ਆਉਂਦੀਆਂ ਔਰ ਉੱਥੇ ਸਬਮਿਟ ਕਰਦੀਆਂ ਔਰ ਉੱਥੇ ਬੋਲਦੀਆਂ ਔਰ ਸਰਕਾਰ ਨੂੰ ਕਾਰਨਰ ਕਰਦੀਆਂ? ਘਰ ਤੋਂ ਕੰਮ ਕਰਕੇ ਆਈਏ ਨਾ ਸਾਰੇ ਜਾਣੇ। ਅਸੀਂ ਸਵਾਏ ਵਿਰੋਧਤਾ ਤੋਂ, ਸਵਾਏ ਉਹਨਾਂ ਨੂੰ ਇਹ ਬੜਾ ਹੀ ਸੌਖਾ ਆ ਰੂਲਿੰਗ ਪਾਰਟੀ ਲਈ ਕਿ ਸਾਡੇ ਵਿਰੁੱਧ ਨਾਅਰੇ ਲਾਓ, ਸਾਡੀ ਵਿਰੋਧਤਾ ਕਰੋ, ਪਰ ਸਾਡਾ ਸਾਰਾ ਕੁਝ ਪਾਸ ਵੀ ਹੋਣ ਦਿਓ। ਜਿਹੜੇ ਡਿੰਗਾ ਮਾਰਦੇ ਸੀਗੇ ਮੋਦੀ ਗਵਰਨਮੈਂਟ ਜਦੋਂ ਬਣਨ ਤੋਂ ਪਹਿਲਾਂ, ਜਦੋਂ ਕਿ ਹਾਲਾਂਕਿ 300 ਦੇ ਆਸ-ਪਾਸ ਸਿਲੰਡਰ ਸੀ ਗੈਸ ਦਾ ਤੇ ਪੈਟਰੋਲ ਡੀਜ਼ਲ ਤਾਂ ਬਹੁਤ ਥੱਲੇ ਸੀਗਾ ਜੀ, ਤੇ ਉਦੋਂ ਇੰਟਰਨੈਸ਼ਨਲ ਜਿਹੜੇ ਮਾਰਕੀਟ ਦੇ ਵਿੱਚ ਕੱਚੇ ਤੇਲ ਦੇ ਕੀਮਤਾਂ ਵੀ 150 ਦੇ ਤਕਰੀਬਨ ਡਾਲਰ ਪਰ ਬੈਰਲ ਸੀਗੇ ਹੋਏ। ਉਦੋਂ ਕਿੰਨਾ ਸਸਤਾ ਸੀ ਪੈਟਰੋਲ ਤੇ ਡੀਜ਼ਲ, ਤੇ ਹੁਣ ਕੋਈ ਜਸਟੀਫਿਕੇਸ਼ਨ ਤਾਂ ਹੋਵੇ ਨਾ ਜੀ। ਉਹ ਪਾਰਟੀ ਲੋਕਾਂ ਦੇ ਵੋਟਾਂ ਦੀ ਹੱਕਦਾਰ ਹੋਊਗੀ ਜਿਹੜਾ ਚੋਣ ਮੈਨੀਫੈਸਟੋ ਲਿਖਦਿਆਂ ਸਮੇਂ ਇਹ ਨਾਲੋਂ ਨਾਲ ਜਸਟੀਫਿਕੇਸ਼ਨ ਦੇ ਕਿ ਇਹ ਵਾਅਦੇ ਪੂਰੇ ਕਰਨ ਲਈ ਪੈਸੇ ਕਿੱਥੋਂ ਆਉਣਗੇ, ਕਿੰਨੇ ਪੈਸੇ ਲੱਗਣਗੇ ਤੇ ਕਿੰਨੇ ਸਮੇਂ ਦੇ ਅੰਦਰ ਉਹ ਵਾਅਦੇ ਪੂਰੇ ਕੀਤੇ ਜਾਣਗੇ। ਪਹਿਲੇ ਸਾਲ ਕਿੰਨੇ ਕੀਤੇ ਜਾਣਗੇ, ਦੂਜੇ ਸਾਲ ਕਿੰਨੇ ਕੀਤੇ ਜਾਣਗੇ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਰਕਾਰ ਦੇ ਬਜਟ ਦਾ ਪਹਿਲਾ ਦਿਨ ਤੇ ਮੌਜੂਦਾ ਸਰਕਾਰ ਦਾ ਆਖਰੀ ਬਜਟ ਰਾਜਪਾਲ ਵੱਲੋਂ ਰਸਮੀ ਤੌਰ ਤੇ ਭਾਸ਼ਣ ਨਾਲ ਸ਼ੁਰੂ ਹੋਇਆ ਬਜਟ ਸਦਨ ਦੇ ਅੰਦਰ ਵਿਰੋਧੀ ਧਿਰਾਂ ਅਕਾਲੀ ਦਲ ਹੈ, ਆਪ ਹੈ, ਬੈਂਸ ਬ੍ਰਦਰ ਹੈ, ਸਾਰਿਆਂ ਵੱਲੋਂ ਰਾਜਪਾਲ ਦੇ ਭਾਸ਼ਣ ਵਿਰੁੱਧ ਕੀਤੀ ਗਈ ਨਾਅਰੇਬਾਜ਼ੀ। ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਪੰਜਾਬ ਇਸ ਆਖਰੀ ਬਜਟ ਦੇ ਨਾਲ ਹੀ ਪੰਜਾਬ ਵਿਧਾਨ ਸਭਾ ਦੇ ਚੋਣਾਂ ਦੇ ਦੌਰ ਵਿੱਚ ਦਾਖਲ ਹੋ ਗਿਆ? ਜੇਕਰ ਪੰਜਾਬ ਵਿਧਾਨ ਸਭਾ ਦੇ ਬਾਹਰ ਦਾ ਜਿਹੜਾ ਸੀਨ ਹੈ, ਰਾਜਸੀ ਝਲਕੀਆਂ ਉਹਨਾਂ ਤੇ ਨਜ਼ਰ ਮਾਰੀ ਜਾਏ, ਕਾਂਗਰਸ ਪਾਰਟੀ ਵੱਲੋਂ ਗਵਰਨਰ ਹਾਊਸ ਦੇ ਘਿਰਾਓ ਦੀ ਕੋਸ਼ਿਸ਼, ਅਕਾਲੀ ਦਲ ਵੱਲੋਂ ਪੰਜਾਬ ਵਿਧਾਨ ਸਭਾ ਦੇ ਘਿਰਾਓ ਦੀ ਕਾਰਵਾਈ, ਤੇ ਆਪ ਵਾਲੇ ਵੀ ਸਾਈਕਲ ਚਲਾ ਕੇ ਪੰਜਾਬ ਵਿਧਾਨ ਸਭਾ 'ਚ ਪਹੁੰਚੇ। ਬਹੁਤ ਸਾਰੇ ਸਵਾਲ ਇਹਨਾਂ ਮੁੱਦਿਆਂ ਤੇ ਉੱਠਣਗੇ। ਮੇਰੇ ਨਾਲ ਜਿਹੜੇ ਸਾਡੇ ਸੀਨੀਅਰ ਮਹਿਮਾਨ ਸੁਰਜੀਤ ਸਿੰਘ ਸਵੈਦ ਜੀ ਕਾਂਗਰਸ ਪਾਰਟੀ ਦੇ ਬੁਲਾਰੇ ਨੇ, ਜਿੰਦਰ ਦੀਪਾ ਅਕਾਲੀ ਦਲ ਦੇ ਬੁਲਾਰੇ ਨੇ, ਪ੍ਰੋਫੈਸਰ ਮਨਜੀਤ ਸਿੰਘ ਰਾਜਸੀ ਵਿਸ਼ਲੇਸ਼ਕ, ਤੇ ਨਵੇਂ ਮਹਿਮਾਨਾਂ ਨੂੰ ਮੈਂ ਤੁਹਾਡੇ ਵੱਲੋਂ ਪੈਨਲ ਤੇ ਆਉਣ ਲਈ ਜੀ ਆਖਦਾ, ਵੈਲਕਮ ਕਰਦਾ। ਜਿੰਦਰ ਦੀਪਾ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ
ਅਕਾਲੀ ਦਲ ਨੇ ਅੱਜ ਪਹਿਲਾਂ ਚੰਡੀਗੜ੍ਹ 'ਚ ਰੈਲੀ ਕੀਤੀ, ਉਸ ਤੋਂ ਬਾਅਦ 'ਚ ਜਿਸ ਤਰੀਕੇ ਨਾਲ ਪੰਜਾਬ ਵਿਧਾਨ ਸਭਾ ਦੇ ਘਿਰਾਓ ਦੀ ਕੋਸ਼ਿਸ਼ ਕੀਤੀ ਗਈ, ਇਹ ਸਾਰੇ ਪ੍ਰੋਸੈਸ ਦੇ ਵਿੱਚ ਸਾਰੇ ਅਮਲ ਦੇ ਦੌਰਾਨ ਜਿਹੜਾ ਹੈਗਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਭਾਸ਼ਣ ਦਿੱਤਾ, ਉਸ ਤੋਂ ਇਹ ਲੱਗਦਾ ਹੈ ਕਿ ਸਿੱਧੇ ਤੌਰ ਤੇ ਜਿਹੜਾ ਅਗਲਾ ਏਜੰਡਾ ਅਕਾਲੀ ਦਲ ਨੇ ਤੈਅ ਕੀਤਾ ਹੈ ਕਿ ਕੈਪਟਨ ਅਮਰਿੰਦਰ ਤੋਂ ਪਿਛਲੇ 4 ਸਾਲ ਦਾ ਹਿਸਾਬ ਕਿਤਾਬ ਮੰਗਿਆ ਜਾਏਗਾ। ਅਕਾਲੀ ਦਲ ਨੇ ਐਲੀਗੇਸ਼ਨ ਦੋਸ਼ ਲਾਏ ਬਹੁਤ ਵੱਡੇ, ਤੇ ਨਾਲ ਹੀ ਕਿਹਾ ਕਿ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ, ਤੇ ਆਪਣੇ ਤੌਰ ਤੇ ਕਈ ਵਾਅਦੇ ਵੀ ਕੀਤੇ, ਉਹਨਾਂ ਵਾਅਦਿਆਂ ਤੇ ਮੈਂ ਬਾਅਦ ਚ ਆਵਾਂਗਾ, ਪਰ ਸਿੱਧੇ ਤੌਰ ਤੇ ਕੈਪਟਨ ਅਮਰਿੰਦਰ ਸਰਕਾਰ ਤੇ ਹਮਲਾ ਕੀਤਾ ਗਿਆ ਤੇ ਕਿਹਾ ਗਿਆ ਕਿ ਅਗਲੀ ਸਰਕਾਰ ਜਿਹੜੀ ਅਕਾਲੀ ਦਲ ਦੀ ਆ ਰਹੀ ਹੈ। ਜਿੰਦਰਦੀਪਾ ਜੀ, ਇਸ ਨਵੇਂ ਦੌਰ ਬਾਰੇ ਕੀ ਕਹੋਗੇ ਜਿਹੜਾ ਅਕਾਲੀ ਦਲ ਨੇ ਅੱਜ ਕਿਹਾ ਕਿ ਅਸੀਂ ਜੰਗ ਜਿਹੜੀ ਹੈਗੀ ਹੈ ਲੜਾਈ ਸ਼ੁਰੂ ਕਰ ਦਿੱਤੀ ਹੈ? ਸਿੱਧੂ ਸਾਹਿਬ, ਬਿਲਕੁਲ ਤੁਸੀਂ ਠੀਕ ਕਿਹਾ। ਇੱਕ ਜ਼ਿੰਮੇਵਾਰ ਵਿਰੋਧੀ ਧਿਰ ਦੇ ਹੋਣ ਦੇ ਨਾਤੇ ਜੋ ਸਾਡੀ ਜ਼ਿੰਮੇਵਾਰੀ ਬਣਦੀ ਹੈ, ਉਹਦੇ ਮੁਤਾਬਕ ਜਦੋਂ ਕਿ ਮੈਂ ਗਲਤ ਨਾ ਹੋਵਾਂ ਤਾਂ 5ਵਾਂ ਬਜਟ, ਜਿਹੜਾ ਲਾਸਟ ਬਜਟ ਆਪਾਂ ਕਵਾਂਗੇ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 5 ਤਰੀਕ ਨੂੰ ਪੇਸ਼ ਕਰ ਰਹੀ ਹੈ। ਔਰ ਜਦੋਂ ਇਹ ਸਰਕਾਰ ਆਈ ਸੀ, ਸਾਰੇ ਆਪਾਂ ਨੂੰ ਪਤਾ ਹੈ ਕਿ ਕਿਹੜੇ ਕਿਹੜੇ ਵਾਅਦੇ ਕੀਤੇ ਸੀ। ਵਾਅਦੇ ਪੋਲੀਟੀਕਲ ਪਾਰਟੀਆਂ ਕਰਦੀਆਂ, ਮੈਨੀਫੈਸਟੋ ਵੀ ਜਾਰੀ ਕਰਦੀਆਂ, ਪਰ ਪਹਿਲੀ ਵਾਰੀ ਹੋਇਆ ਸੀ ਕਿ ਧਰਮ ਨੂੰ ਵਿੱਚ ਲਿਆ ਕੇ ਵਾਅਦੇ ਕੀਤੇ ਗਏ ਸੀ। ਸ਼੍ਰੀ ਗੁਟਕਾ ਸਾਹਿਬ ਨੂੰ ਹੱਥ 'ਚ ਚੱਕ ਕੇ ਸ਼੍ਰੀ ਦਮਦਮਾ ਸਾਹਿਬ ਬੰਨੀ ਮੂੰਹ ਕਰਕੇ ਵਾਅਦੇ ਕੀਤੇ ਗਏ ਸੀ। ਵਾਅਦੇ ਕੀਤੇ ਸੀ ਕਿ 4 ਹਫ਼ਤਿਆਂ ਦੇ ਵਿੱਚ ਨਸ਼ੇ ਖਤਮ ਕਰ ਦਾਂਗੇ ਔਰ ਘਰ ਘਰ ਅਸੀਂ ਨੌਕਰੀ ਦੇਵਾਂਗੇ। ਜਿਹੜੇ ਗਰੀਬ ਹੈ ਸਾਡੇ, ਜਿਹੜੇ ਹਰੀਜਨ ਹੈ ਸਾਡੀ ਆਬਾਦੀ, ਉਹਨਾਂ ਨੂੰ ਆਟਾ ਦਾਲ ਦੇ ਨਾਲ ਨਾਲ ਅਸੀਂ ਚਾਹ ਪੱਤੀ, ਘਿਓ, ਖੰਡ ਵੀ ਦੇਵਾਂਗੇ। ਕੱਚੇ ਘਰਾਂ ਨੂੰ ਪੱਕੇ ਕਰ ਦਾਂਗੇ, 5-5 ਮਰਲਿਆਂ ਦੇ ਪਲਾਟ ਦੇਵਾਂਗੇ, ਔਰ ਜਿਹੜੇ ਗਰੀਬ ਬੱਚੇ ਹੈ ਉਹਨਾਂ ਨੂੰ ਵਜ਼ੀਫੇ ਜਾਰੀ ਕੀ ਰੱਖਾਂਗੇ, ਉਸ ਤੋਂ ਵੀ ਵੱਧ ਕਰਾਂਗੇ। ਅੱਜ ਹਿਸਾਬ ਇਹਨਾਂ ਨੂੰ ਬਣਦਾ ਸਾਡਾ ਪੁੱਛਣਾ ਕਿ ਜਿਹੜੇ ਪਿਛਲੇ 4 ਸਾਲਾਂ 'ਚ, 4.25 ਸਾਲਾਂ 'ਚ ਵਾਅਦੇ ਕੀਤੇ, 4 ਬਜਟ ਪੇਸ਼ ਕੀਤੇ, ਔਰ ਤੁਸੀਂ ਉਹ ਵਾਅਦੇ ਕਿਉਂ ਨਹੀਂ ਪੂਰੇ ਕੀਤੇ? ਕਿਉਂਕਿ ਸਰਕਾਰ ਸੁੱਤੀ ਹੋਈ ਹੈ। ਔਰ ਆਪਾਂ ਨੂੰ ਵੀ ਪਤਾ ਹੈ ਕੈਪਟਨ ਅਮਰਿੰਦਰ ਸਿੰਘ ਲੋਕਾਂ ਵਿੱਚ ਤਾਂ ਜਾਣਾ ਹੀ ਕੀ ਹੈ, ਆਪਦੇ ਐਮਐਲਏ ਮੰਤਰੀਆਂ ਨੂੰ ਵੀ ਨਹੀਂ ਪੁੱਛਦੇ। ਸੁਹੈਜ ਸਾਹਿਬ ਜੇ ਦਿਲੋਂ ਸਹੀ ਦਿਲ ਦੀ ਗੱਲ ਕਰਨਗੇ ਤਾਂ ਇਹ ਵੀ ਦੱਸ ਸਕਦੇ ਆ ਕਿ ਪਾਰਟੀ ਦੇ ਬੁਲਾ ਰਹੇ ਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਿੰਨੀ ਵਾਰੀ ਮਿਲੇ ਹੋਣਗੇ। ਸੋ ਜਿਹੜੀ ਸੁੱਤੀ ਹੋਈ ਸਰਕਾਰ ਹੈ, ਮੈਂ ਜ਼ਿੰਮੇਵਾਰੀ ਨਾਲ ਇੱਕ ਵਰਡ ਯੂਜ਼ ਕਰ ਰਿਹਾ, ਐਸ਼ਪ੍ਰਸਤ ਸਰਕਾਰ। ਐਸ਼ਪ੍ਰਸਤ ਜਿੰਦਾ ਕੈਪਟਨ ਹੋਵੇ, ਜੋ ਆਪਦਾ ਮਹਿਲ ਦੇ ਵਿੱਚ, ਆਪਦੇ ਜਿਹੜੇ ਫਾਰਮ ਹਾਊਸ ਦੇ ਵਿੱਚੋਂ ਸਰਕਾਰ ਚਲਾਉਂਦਾ ਹੋਵੇ, ਬਾਹਰ ਨਿਕਲਦੇ ਨਾ ਹੋਣ। ਇੱਥੋਂ ਤੱਕ ਕਿ ਜਿਹੜੇ ਸਟੇਟ ਲੈਵਲ ਦੇ ਫੰਕਸ਼ਨ ਹੈ, ਜਿਹੜੇ ਸ਼ਹੀਦਾਂ ਦੇ ਸਾਡੇ ਦਿਹਾੜੇ ਹੈ, ਜਦੋਂ ਦੇ ਸਾਡੀਆਂ ਸਰਕਾਰਾਂ ਬਣੀਆਂ, ਜਦੋਂ ਦਾ ਦੇਸ਼ ਆਜ਼ਾਦ ਹੋਇਆ, ਸ਼ਹੀਦਾਂ ਦੇ ਦਿਹਾੜੇ, ਉਹਨਾਂ ਦਾ ਦਿਨ ਛੁੱਟੀ ਵੀ ਹੁੰਦੀ ਹੈ, ਸ਼ਹੀਦਾਂ ਨੂੰ ਯਾਦ ਕੀਤਾ ਹੁੰਦਾ ਹੈ। ਪਿਛਲੇ 4 ਸਾਲਾਂ 'ਚ ਇੱਕ ਦਿਨ ਮਹਾਦਿਨ, ਭਾਵੇਂ ਭਗਤ ਸਿੰਘ ਜੀ ਦੀ ਸ਼ਹਾਦਤ ਦਾ ਦਿਨ ਹੋਵੇ, ਭਾਵੇਂ ਉਤਮ ਸਿੰਘ ਦੀ ਸ਼ਹਾਦਤ ਦਾ ਦਿਨ ਹੋਵੇ, ਤੇ ਸਰਕਾਰੀ ਛੁੱਟੀ ਵੀ ਹੁੰਦੀ ਹੈ, ਇਸ਼ਤਿਹਾਰ ਵੀ ਦਿੱਤੇ ਜਾਂਦੇ ਆ। ਜੀ ਦੀਪਾ ਜੀ, ਸਿੰਘ ਆਪਦੇ ਮਹਿਲ ਚੋਂ, ਆਪਦੇ ਫਾਰਮ ਹਾਊਸ ਚੋਂ ਨਿਕਲਿਆ ਨਹੀਂ, ਹੈਲੀਕਾਪਟਰ ਤੇ ਜਾਣਾ। ਤੁਹਾਡਾ ਵਿਊ ਪੁਆਇੰਟ ਆ ਗਿਆ ਦੀਪਾ ਜੀ, ਬਿਲਕੁਲ। ਸਾਰਾ ਖਰਚਾ ਸਰਕਾਰ ਦਾ, ਫਿਰ ਵੀ 2 ਘੰਟੇ ਦਾ ਜਾਂ ਅੱਧੇ ਘੰਟੇ ਦਾ ਸਫ਼ਰ ਕਰਕੇ ਕੈਪਟਨ ਅਮਰਿੰਦਰ ਸਿੰਘ ਨਹੀਂ ਨਿਕਲ ਸਕਿਆ। तो साडी ਜ਼ਿੰਮੇਵਾਰੀ ਬਣਦੀ ਹੈ ਕਿ ਲਾਜਟ ਹੈ। ਆਪਾਂ ਜਵਾਬ ਲੈਣੇ ਆ ਜੀ। ਸੁਹੈਜ ਜੀ ਆਪਣੇ ਨਾਲ ਜੁੜੇ ਹੋਏ ਆ, ਕਾਂਗਰਸ ਪਾਰਟੀ ਦੇ ਬੁਲਾਰੇ ਨੇ, ਥੈਂਕ ਯੂ। ਉਹ ਵੀ ਔਰ ਇਹਦੇ ਵਿੱਚ ਲੋਕਾਂ ਨੂੰ ਕਰਕੇ ਵਹਾਓ, ਨਹੀਂ ਤਾਂ ਜਿਹੜੇ ਅਗਲੇ 8 ਮਹੀਨੇ ਆ ਅਸੀਂ ਇਸੇ ਤਰ੍ਹਾਂ ਸੰਘਰਸ਼ ਕਰਦੇ ਰਹਾਂਗੇ, ਯਾਦ ਕਰਾਉਂਦੇ ਰਹਾਂਗੇ ਉਦੋਂ ਤੱਕ ਜਦੋਂ ਤੱਕ ਤੁਹਾਨੂੰ ਉਖਾੜ ਕੇ ਨਹੀਂ ਸਿੱਟ ਦਿੰਦੇ। ਸਾਡਾ ਸੰਘਰਸ਼ ਜਾਰੀ ਰੱਖੂਗਾ, ਲੋਕਾਂ ਦੀਆਂ ਚੱਲਦੇ ਰਹਾਂਗੇ। ਦੀਪਾ ਜੀ ਤੁਸੀਂ ਆਪਣੀ ਗੱਲ ਕਹਿ ਲਈ, ਮੁਕੰਮਲ ਕਰ ਲਈ, ਪਲੀਜ਼ ਆਪਣੀ ਗੱਲ ਤੁਹਾਡੀ ਆ ਗਈ ਹੈ। ਸੁਹੈਜ ਸਾਹਿਬ, ਸੁਹੈਜ ਜੀ ਤੁਸੀਂ ਦੀਪਾ ਜੀ ਦੇ ਕਮੈਂਟਸ ਵੀ ਸੁਣਿਆ, ਪਰ ਉਹਨਾਂ ਸਪਸ਼ਟ ਤੌਰ ਤੇ ਕਿਹਾ ਕਿ 4 ਸਾਲਾਂ 'ਚ ਕੋਈ ਵਾਅਦਾ ਪੂਰਾ ਨਹੀਂ ਕੀਤਾ। ਆਖਰੀ ਜਿਹੜਾ ਹੈਗਾ ਬਜਟ ਸੈਸ਼ਨ ਹੈ ਸਰਕਾਰ ਦਾ, ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਐਸ਼ਪ੍ਰਸਤ ਕੈਪਟਨ ਅਮਰਿੰਦਰ ਸਰਕਾਰ, ਕੈਪਟਨ ਅਮਰਿੰਦਰ ਕਿਸੇ ਵੀ ਮੁੱਦੇ ਦੇ ਉੱਤੇ ਬਾਹਰ ਲੋਕਾਂ 'ਚ ਨਜ਼ਰ ਨਹੀਂ ਆਇਆ 4 ਸਾਲਾਂ 'ਚ। ਦੇਖੋ ਗੱਲਾਂ ਇਹਨਾਂ ਦੀਆਂ ਕਈ ਠੀਕ ਵੀ ਨੇ ਕਿ ਜਿਹੜੀ ਮੌਜੂਦਾ ਸਰਕਾਰ ਹੁੰਦੀ ਹੈ, ਇਨਕੰਬੈਂਟ ਗਵਰਨਮੈਂਟ ਹੁੰਦੀ ਹੈਗੀ ਹੈ, ਜਦੋਂ ਦੁਬਾਰਾ ਲੋਕਾਂ ਕੋਲ ਵੋਟਾਂ ਲੈਣ ਪਹੁੰਚਦੀ ਹੈਗੀ ਹੈ, ਜਦੋਂ ਸਾਡੇ ਐਮਐਲਏ ਜਾਣਗੇ ਆਪਦੇ ਆਪਦੇ ਹਲਕਿਆਂ 'ਚ ਵੋਟਾਂ ਮੰਗਣਗੇ, ਲੋਕੀ ਸਵਾਲ ਤਾਂ ਪੁੱਛਣਗੇ, ਜਵਾਬ ਮੰਗਣਗੇ, ਜੋ ਵਾਅਦੇ ਕੀਤੇ ਉਹ ਯਾਦ ਵੀ ਕਰਾਉਣਗੇ ਤੇ ਲੋਕਾਂ ਦਾ ਹੱਕ ਵੀ ਬਣਦਾ ਹੈਗਾ। ਤੇ ਉਹ ਚਲੋ ਉਹ ਤਾਂ ਅਸੀਂ ਜਵਾਬ ਦੇਵਾਂਗੇ, ਸਾਡੇ ਜਿਹੜੇ ਐਮਐਲਏ ਬਣਦੇ ਉਮੀਦਵਾਰ ਹੋਣਗੇ ਉਹ ਵੀ ਜਵਾਬ ਦੇਣਗੇ, ਸਰਕਾਰ ਦੇ ਨੁਮਾਇੰਦੇ ਵੀ ਜਵਾਬ ਦੇਣਗੇ, ਸਾਰੇ ਜਵਾਬ ਅਸੀਂ ਦੇਵਾਂਗੇ। ਲੇਕਿਨ ਜੋ ਮੌਜੂਦਾ ਹਾਲਾਤ ਬਣੇ ਹੋਏ ਨੇ
ਉਹਨਾਂ ਮੁਤਾਬਕ ਕੱਲੇ ਕਾਂਗਰਸ ਪਾਰਟੀ ਤੋਂ ਜਾਂ ਕਾਂਗਰਸ ਸਰਕਾਰ ਤੋਂ ਵੀ ਜਿਹੜਾ ਹਿਸਾਬ ਕਿਤਾਬ ਹੈ ਉਹ ਤਾਂ ਲੈਣਾ ਹੀ ਲੈਣਾ ਹੈ। ਅਕਾਲੀ ਦਲ ਤੋਂ ਵੀ ਜਿਹੜਾ ਹੈਗਾ ਉਹ ਵੀ ਜਿਹੜਾ ਪਿਛਲਾ ਵੀ ਬਕਾਇਆ ਖੜਾ ਅਜੇ, ਤੇ ਹੁਣ ਵੀ ਜਿਹੜਾ ਹੈਗਾ ਲੱਗਦਾ ਨਹੀਂ ਕੋਈ ਅਕਾਲੀ ਦਲ ਨੇ ਕੋਈ ਆਪਣੀ ਵਿਰੋਧੀ ਧਿਰ, ਦੇਖੋ ਹਾਲਾਂਕਿ ਜੀ। ਮੇਨ ਵਿਰੋਧੀ ਧਿਰ ਤਾਂ ਆਮ ਆਦਮੀ ਪਾਰਟੀ ਹੈਗੀ ਨਾ ਜੀ, ਸਵੈ ਸਾਹਿਬ, ਸਵੈ ਜੀ, ਤੇ ਅਕਾਲੀ ਦਲ ਨੇ ਜਿਹੜਾ ਆਪਣਾ ਸਵੈਤ ਜੀ, ਸਵੈ ਸਾਹਿਬ ਜੀ। ਤੁਸੀਂ ਕਹਿ ਰਹੇ ਹੋ ਕਿ ਅਕਾਲੀ ਦਲ ਤੋਂ ਪਿਛਲਾ ਹਿਸਾਬ ਕਿਤਾਬ ਵੀ ਲੈਣਾ ਹੈ। ਕਾਂਗਰਸ ਪਾਰਟੀ ਸੂਦਖੋਰ ਹੈ, ਜਿਹੜਾ ਕੋਈ ਕਰਜ਼ਾ ਜਿਹੜਾ ਹੈਗਾ ਉਹਦਾ ਪਿਛਲਾ ਹਿਸਾਬ ਕਿਤਾਬ ਮੰਗ ਰਹੀ ਹੈ। ਨਹੀਂ, ਕਾਂਗਰਸ ਨੇ ਮੰਗਣਾ ਜੀ, ਤੇ ਲੋਕਾਂ ਦੇ ਮੰਗਣਾ, ਲੋਕਾਂ ਨੂੰ ਅਜੇ ਭੁੱਲਿਆ ਨਹੀਂਗਾ ਨਾ ਜੀ, ਲੋਕਾਂ ਨੂੰ ਭੁੱਲਿਆ ਨਹੀਂਗਾ ਜੋ ਅਕਾਲੀ ਦਲ ਨੇ ਕੀਤਾ ਹੈ ਉਹਨਾਂ ਦੇ 10 ਸਾਲ ਦੇ ਰਾਜ ਵਿੱਚ, ਅਜੇ ਨਹੀਂ ਭੁੱਲਿਆ ਉਹਨਾਂ ਨੂੰ। ਤੇ ਇਹ 4 ਸਾਲ ਦੇ ਵਿੱਚ ਵੀ ਜਿਹੜਾ ਦੇਖੋ, ਬੇਸ਼ੱਕ ਮੈਂ ਦੁਬਾਰਾ ਫੇਰ ਇਹ ਗੱਲ ਦੁਹਰਾ ਰਿਹਾ, ਬੇਸ਼ੱਕ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਉਹ ਮੁੱਖ ਵਿਰੋਧੀ ਪਾਰਟੀ ਸੀ, ਨਾ ਤਾਂ ਆਮ ਆਦਮੀ ਪਾਰਟੀ ਨੇ ਮੁੱਖ ਵਿਰੋਧੀ ਪਾਰਟੀ ਦਾ ਜਿਹੜਾ ਰੋਲ ਹੁੰਦਾ ਉਹ ਨਿਭਾਇਆ, ਨਾ ਹੀ ਅਕਾਲੀ ਦਲ ਨੇ ਆਪਣੀ ਜ਼ਿੰਮੇਵਾਰੀ ਕੋਈ ਇਸ ਤਰ੍ਹਾਂ ਦੀ, ਜਿੰਨੇ ਵੀ ਐਮਐਲਏ ਹੈਗੇ ਟੁੱਟੇ ਭੱਜੇ ਉਹਦੇ ਨਾਲ ਕੋਈ ਇਹਨਾਂ ਨੇ ਕੋਈ ਕਾਰਵਾਈ ਜਿਹੜੀ ਹੈਗੀ ਹੈ ਆਪੋਜੀਸ਼ਨ ਦਾ, ਵਿਰੋਧੀ ਪਾਰਟੀ ਹੋਣ ਦਾ ਮਤਲਬ ਹੁੰਦਾ ਕਿ ਸਰਕਾਰ ਨੂੰ ਜਿਹੜੀ ਮੁੱਦਿਆਂ ਦੇ ਆਧਾਰ ਤੇ ਗੱਲ ਕਰੇ, ਮੁੱਦਿਆਂ ਦੇ ਆਧਾਰ ਤੇ ਸਰਕਾਰ ਦੀਆਂ ਪਾਲਿਸੀ ਨੀਤੀਆਂ ਨੂੰ ਚੈਲੰਜ ਕਰੇ। ਦੱਸੋ ਇਹਨਾਂ ਨੇ ਕਿਹੜੀ ਗੱਲ ਕੀਤੀ ਹੈ ਇਦਾਂ ਦੀ ਜਿਹੜੀ ਪੋਜ਼ਿਟਿਵ ਗੱਲ ਕੀਤੀ ਹੋਵੇ? ਬਸ ਇਹ ਤਾਂ ਆਪਦੇ ਹੀ ਚੱਕਰ ਵੀ ਜੋ ਨਹੀਂ ਨਿਕਲ ਸਕੇ, ਪਾਰਟੀ ਦਾ ਪ੍ਰਧਾਨਗੀ ਨੂੰ ਜੱਫਾ ਪਾਈ ਬੈਠੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ, ਇਹਨਾਂ ਤੋਂ ਵੱਡੇ ਵੱਡੇ ਲੀਡਰ ਬਰਪਰਾ ਵੀ ਨਿਕਲ ਗਿਆ, ਤੇ ਆਪਣੇ ਆ ਜਿਹੜੇ ਇੱਧਰ ਢੀਂਡਸੇ ਹੋਰੀ ਆ ਉਹ ਵੀ ਨਿਕਲ ਗਏ ਨੇ, ਤੇ ਅਜੇ ਉਹ ਜਿਹੜੀਆਂ ਆਪਣੀਆਂ ਪੁਰਾਣੀਆਂ ਜਿਹੜੀਆਂ ਇਹਨਾਂ ਦੀਆਂ ਵਧੀਕੀਆਂ ਉਹਦੇ ਜੋ ਬਾਹਰ ਨਹੀਂ ਆਏ। ਮੈਂ ਇਹੀ ਗੱਲ ਬਾਰ-ਬਾਰ ਕਹਿਣਾ ਕਿ ਅਕਾਲੀ ਦਲ ਨੂੰ ਅੱਜ ਵੀ ਲੋਕ ਜੋ 2017 ਵਿੱਚ ਨਫ਼ਰਤ ਕਰਦੇ ਸਨ ਅੱਜ ਵੀ ਨਫ਼ਰਤ ਕਰਦੇ ਨੇ। ਠੀਕ ਹੈ, ਸਵੈ ਜੀ, ਪਰ ਸਾਡੀ ਪਾਰਟੀ ਅੱਜ ਦੀ ਤਾਂ ਸਰਕਾਰ ਨੇ ਜੀ ਸਵੈ ਜੀ ਅੱਜ ਤਾਂ ਮੈਂ ਠੀਕ ਹੈ ਅੱਜ ਤਾਂ ਇਹਨਾਂ ਨੇ ਅਸੈਂਬਲੀ ਦਾ ਘਰਾਓ ਦੀ ਕੋਸ਼ਿਸ਼ ਵੀ ਕੀਤੀ ਆ, ਪਾਣੀ ਦੀਆਂ ਵਿਚਾਰਾਂ ਵਿਸ਼ੂਰਾਂ ਵੀ ਖਾਧੀਆਂ, ਤੁਸੀਂ ਕਹਿੰਦੇ ਹੋ ਇਹਨਾਂ ਨੇ ਕੁਝ ਨਹੀਂ ਕੀਤਾ। ਉਹ ਪਾਣੀ ਦੇ ਪਛਾੜਾ ਖਾਣ ਨੂੰ ਤਾਂ ਜੀ ਉਹਦੇ ਨਾਲ ਕਹਿੰਦੇ ਨੇ ਨਾ ਕਿ ਉਹ ਚੀਚੀ ਨੂੰ ਉਂਗਲ ਲਾ ਕੇ ਖੂਨ ਲਾ ਕੇ ਸ਼ਹੀਦ ਬਣਨਾ ਚਾਹੁੰਦੇ ਨੇ, ਉਹਦੇ ਨਾਲ ਕੀ ਫਰਕ ਪੈਂਦਾ ਜੀ? ਅਸੈਂਬਲੀ ਦਾ ਘਰਾਓ ਕਰ ਲੈਣ, ਜਿੱਥੇ ਮਰਜ਼ੀ ਕਰ ਜੋ ਮਰਜ਼ੀ ਕਰ ਲੈਣ, ਜਿਹੜੇ ਪਾਪ ਤਾਂ ਨਹੀਂ ਧੁਲਦੇ, ਜਿਹੜੇ ਕਾਲੇ ਦਾਗ ਲੱਗੇ ਨੇ ਮੱਥੇ ਤੇ ਉਹ ਨਹੀਂ ਧੁਲਦੇ ਹੈਗੇ। ਮੈਂ ਦੇਖੋ ਇੱਕ ਗੱਲ ਜ਼ਰੂਰ ਕਵਾਂਗਾ, ਬੇਸ਼ੱਕ ਅਸੀਂ ਜੋ ਵਾਅਦੇ ਕੀਤੇ ਸੀਗੇ 100% ਪੂਰੇ ਆਪਣੇ ਨਿਭਾ ਨਹੀਂ ਸਕੇ, ਲੇਕਿਨ ਕੰਮ ਜੋ ਸਰਕਾਰ ਨੇ ਕੀਤਾ ਹੈ, ਕੰਮ ਕਾਫੀ ਕੀਤਾ ਹੈ, ਲੋਕ ਜਾਣਦੇ ਨੇ ਕੰਮ ਕੀਤਾ ਹੈ, ਲੋਕਾਂ ਨੂੰ ਅਸੀਂ ਮਤਲਬ ਦੱਸ ਵੀ ਰਹੇ ਹਾਂ, ਦੱਸਾਂਗੇ ਵੀ। ਜਿਹੜਾ ਇਹ ਸਾਡਾ ਰਹਿੰਦਾ ਸਮਾਂ ਹੈਗਾ ਇਹ ਕੰਮ ਦੱਸਣ ਦਾ ਸਮਾਂ ਨਾ ਜੀ, ਇਹ ਅਸੀਂ ਕੀਤਾ, ਇੰਨਾ ਰਹਿੰਦਾ, ਇੰਨਾ ਅਸੀਂ ਕਰ ਰਹੇ ਹਾਂ, ਤੇ ਉਹ ਸਾਰਾ ਹਿਸਾਬ ਤਾਂ ਅਸੀਂ ਵੀ ਬਾਉਂਡ, ਸਾਡਾ ਤਾਂ ਬਣਦਾ ਫਰਜ਼ ਬਣਦਾ ਹੈ, ਰਿਪੋਰਟ ਕਾਰਡ ਦੇਣ ਦਾ ਫਰਜ਼ ਤਾਂ ਬਣਦਾ ਹੈ, ਬਿਲਕੁਲ ਦੇਵਾਂਗੇ ਅਸੀਂ ਜੀ। ਸਵੈ ਜੀ, ਮੈਂ ਅੱਗੇ ਸਵਾਲ ਲੈਣ ਤੋਂ ਪਹਿਲਾਂ ਪ੍ਰੋਫੈਸਰ ਮਨਜੀਤ ਸਿੰਘ ਇੰਤਜ਼ਾਰ ਕਰ ਰਿਹਾ, ਪਰ ਇੱਕ ਸਵਾਲ ਜ਼ਰੂਰ ਬਣਦਾ ਤੁਹਾਡੇ ਤੋਂ ਮੈਂ ਲਵਾਂਗਾ, ਉਹ ਹੈ ਕਿ ਜਿਸ ਤਰ੍ਹਾਂ ਅੱਜ ਅਕਾਲੀ ਦਲ ਨੇ ਪਾਣੀ ਦੀਆਂ ਵਿਚਾਰਾਂ ਖਾਧੀਆਂ, ਕਾਂਗਰਸ ਪਾਰਟੀ ਨੇ ਵੀ ਤਾਂ ਗੈਸ ਸਿਲੰਡਰ ਚੁੱਕ ਕੇ ਜਿਹੜਾ ਹੈ ਡੈਮੋਨਸਟ੍ਰੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਗਵਰਨਰ ਹਾਊਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ, ਸਦਨ ਦੇ ਅੰਦਰ ਗਵਰਨਰ ਦਾ ਵੈਲਕਮ, ਬਾਹਰ ਜਿਹੜਾ ਗਵਰਨਰ ਦਾ ਘਰਾਓ, ਇਹ ਵੀ ਕੁਝ ਅਜੀਬ ਜਿਹਾ ਇਤਫਾਕ ਅੱਜ ਨਜ਼ਰ ਆਇਆ। ਨਹੀਂ ਦੇਖੋ, ਗਵਰਨਰ ਦਾ ਕੋਈ ਜਾਤੀ ਤੌਰ ਤੇ ਘਰਾਓ ਨਹੀਂ ਹੁੰਦਾ ਜੀ, ਇੱਕ ਸਿੰਬੋਲਿਕ ਹੁੰਦਾ ਹੈ, ਕਿਉਂਕਿ ਗਵਰਨਰ ਜਿਹੜਾ ਹੈਗਾ ਇਹ ਰਿਪਰੈਜ਼ੈਂਟ ਕਰਦਾ ਹੈਗਾ ਗਵਰਨਰ ਹਾਊਸ, ਗਵਰਨਰ ਖੁਦ ਉਹ ਕੇਂਦਰ ਸਰਕਾਰ ਦੀ ਜਿਹੜੀ ਨੁਮਾਇੰਦਾ ਹੁੰਦਾ ਹੈ ਜੀ ਉਹ, ਤੇ ਕੇਂਦਰ ਸਰਕਾਰ ਜਿਹੜਾ ਹੁਣ ਤੇਲ ਤੇ ਗੈਸ ਦੀਆਂ ਕੀਮਤਾਂ ਤੁਸੀਂ ਦੇਖੋ ਤਰਾਹ ਹੋਈ ਪਈ ਹੈ ਜੀ, ਜਿਹੜੇ ਡਿੰਗਾ ਮਾਰਦੇ ਸੀਗੇ ਮੋਦੀ ਗਵਰਨਮੈਂਟ ਜਦੋਂ ਬਣਨ ਤੋਂ ਪਹਿਲਾਂ, ਜਦੋਂ ਕਿ ਹਾਲਾਂਕਿ 300 ਦੇ ਆਸ-ਪਾਸ ਸਿਲੰਡਰ ਸੀ ਗੈਸ ਦਾ, ਤੇ ਪੈਟਰੋਲ ਡੀਜ਼ਲ ਤਾਂ ਬਹੁਤ ਥੱਲੇ ਸੀਗਾ ਜੀ, ਤੇ ਉਦੋਂ ਇੰਟਰਨੈਸ਼ਨਲ ਜਿਹੜੇ ਮਾਰਕੀਟ ਦੇ ਵਿੱਚ ਕੱਚੇ ਤੇਲ ਦੇ ਕੀਮਤਾਂ ਵੀ 150 ਦੇ ਤਕਰੀਬਨ ਡਾਲਰ ਪਰ ਬੈਰਲ ਸੀਗੇ ਹੋਏ, ਉਦੋਂ ਕਿੰਨਾ ਸਸਤਾ ਸੀ ਪੈਟਰੋਲ ਤੇ ਡੀਜ਼ਲ। ਤੇ ਹੁਣ ਕੋਈ ਜਸਟੀਫਿਕੇਸ਼ਨ ਤਾਂ ਹੋਵੇ ਨਾ ਜੀ, ਹਰ ਰੋਜ਼ ਦੇਖੋ ਮਤਲਬ ਕਿੰਨਾ 25 30 ਰੁਪਏ ਹਰ ਰੋਜ਼ ਪੈਟਰੋਲ ਡੀਜ਼ਲ ਦਾ ਵਧਣਾ, ਤੇ 100 ਦਾ ਜਿਹੜਾ ਅੰਕੜਾ ਉਹਨੂੰ ਵੀ ਪਾਰ ਕਰ ਜਾਣਾ। ਤੇ ਅਕਾਲੀ ਦਲ ਨੂੰ ਚਾਹੀਦਾ ਸੀਗਾ ਕਿ ਅੱਜ ਵੀ ਕਾਂਗਰਸ ਪਾਰਟੀ ਨਾਲ ਮਿਲ ਕੇ ਉਹ ਵੀ ਗਵਰਨਰ ਸਾਡੇ ਨਾਲ ਚੱਲਦੇ, ਅੰਦਰ ਨੂੰ ਜਾਂਦੇ, ਗਵਰਨਰ ਹਾਊਸ ਵੱਲ ਨੂੰ ਜਾਂਦੇ, ਕੇਂਦਰ ਸਰਕਾਰ ਦੇ ਖਿਲਾਫ ਕਰਦੇ ਨਾ ਜੀ ਨਾਅਰੇਬਾਜ਼ੀ। ਕੇਂਦਰ ਸਰਕਾਰ ਦੀ ਜਿਹੜੀ ਆ ਪੈਟਰੋਲ ਤੇ ਗੈਸ ਦੇਖੋ ਕਿੰਨਾ ਅਸਰ ਕਿੰਨਾ ਪੈਂਦਾ ਜੀ। ਸਾਡੀ ਤਾਂ ਖੇਤੀ ਪਹਿਲੇ ਹੀ ਜੋ ਹੈਗੀ, ਕਿਸਾਨ ਸਾਡੇ ਬੈਠੇ ਨੇ ਉੱਥੇ, ਤੇ ਡੀਜ਼ਲ ਦਾ ਕਿੱਥੇ ਲੈ ਕੇ ਡੀਜ਼ਲ, ਕੋਈ ਕੀ ਦੁਸ਼ਮਣੀ ਕੱਢ ਰਹੇ ਨੇ, ਇਹ ਕਿਸਾਨੀ ਨਾਲ ਦੁਸ਼ਮਣੀ ਕਰ ਰਹੇ ਨੇ ਕੇਂਦਰ ਸਰਕਾਰ ਇਦਾਂ ਦੀ। ਤੇ ਇਹ ਅਕਾਲੀ ਦਲ ਤੇ ਹੁਣ ਵੀ ਜਿਹੜਾ ਹੈਗਾ ਉਹਨਾਂ ਦੇ ਖਿਲਾਫ ਬੋਲਣ ਦੀ ਬਜਾਏ ਬਸ ਜੇ ਇੱਧਰ ਜਾ ਰਹੇ ਨੇ ਅਸੀਂ ਉਲਟ ਪਾਸੇ ਜਾਣਾ, ਇਹ ਤਾਂ ਹੁੰਦਾ ਨਾ ਜੀ। ਉਹਦੇ ਇੱਕ ਕਮਲੀ ਜਨਾਨੀ ਸੀ ਕੋਈ, ਸਰ ਮੈਂ ਇੱਕ ਥੋੜੀ ਐਗਜ਼ਾਮਪਲ ਦਿੰਦਾ, ਕਮਲੀ ਜਨਾਨੀ ਸੀ ਕੋਈ,
ਉਹਦਾ ਘਰ ਵਾਲਾ ਜਿਹੜਾ ਹੈਗਾ ਲੜਕੀ ਘਰ ਵਾਲੇ ਨਾਲ ਉਹਨੇ ਦਰਿਆ 'ਚ ਛਾਲ ਮਾਰਤੀ ਤੇ ਘਰ ਵਾਲਾ ਉਹਦਾ ਥੱਲੇ ਜਾਣ ਦੀ ਬਜਾਏ ਉੱਪਰ ਨੂੰ ਪੁੱਠੇ ਪਾਸੇ ਲੱਭਦਾ ਫਿਰੇ। ਕਹਿੰਦਾ ਵੀ ਕਿਉਂ ਉਧਰ ਕੀ ਲੱਭਦਾ ਫਿਰਨਾ? ਕਿ ਮੇਰੀ ਘਰ ਵਾਲੀ ਪੁੱਠੀ ਸੀਗੀ, ਪੁੱਠੀ ਜਾਂਦੀ ਸੀ ਤੇ ਅਕਾਲੀ ਦਲ ਦੇ ਪੁੱਠੇ ਜਾ ਰਹੇ ਸੀ ਉਧਰ ਨੂੰ। ਅੱਜ ਲੋੜ ਹੈਗੀ ਕੇਂਦਰ ਦੀਆਂ ਜਿਹੜੇ ਨੀਤੀਆਂ ਪੈਟਰੋਲ ਤੇ ਡੀਜ਼ਲ ਤੇ ਗੈਸ ਉਹਦੇ ਖਿਲਾਫ ਆਵਾਜ਼ ਉਠਾਉਣ ਦੀ, ਉਹ ਉਠਾਉਣੀ ਸੀ ਅਕਾਲੀ ਦਲ ਨੇ, ਨਾ ਕਿ ਉਲਟੀ ਤਰਫ ਜਾਣਾ ਸੀ ਉਹ। ਸਰ ਆਪਾਂ ਜਵਾਬ ਲਵਾਂਗੇ, ਆਪਾਂ ਜਵਾਬ ਲੈਣੇ ਦੀਪਾ ਜੀ ਤੋਂ, ਪਰ ਪ੍ਰੋਫੈਸਰ ਮਨਜੀਤ ਸਿੰਘ ਕਾਫੀ ਦੇਰ ਦੇ ਇੰਤਜ਼ਾਰ ਕਰ। ਪ੍ਰੋਫੈਸਰ ਮਨਜੀਤ ਸਿੰਘ ਜੀ, ਜਿਸ ਤਰੀਕੇ ਨਾਲ ਜਿਹੜੀ ਹਾਕਮ ਧਿਰ ਹੈ ਮੌਜੂਦਾ ਸਮੇਂ 'ਚ ਉਹਨਾਂ ਜਿੱਦਾਂ ਗਵਰਨਰ ਅਹੁਦੇ ਘਿਰਾਓ ਦੀ ਕਾਲ ਦਿੱਤੀ ਹੈ, ਤੇਲ ਕੀਮਤਾਂ ਦੀ ਗੱਲ ਕੀਤੀ ਹੈ, ਕੇਂਦਰ ਵੀ ਨਿਸ਼ਾਨੇ ਤੇ ਹੈ, ਅਕਾਲੀ ਦਲ ਵੀ ਨਿਸ਼ਾਨੇ ਤੇ ਹੈ। ਅਕਾਲੀ ਦਲ ਨੇ ਜਿਹੜਾ ਇਸ ਦਾ ਦਿੱਤਾ ਕਿ ਕੈਪਟਨ ਅਮਰਿੰਦਰ ਤੋਂ ਵੀ ਪੰਜਾਬ ਸਹਾਇਤਾ ਮੰਗੇਗਾ। ਇਹ ਸਾਰਾ ਜਿਹੜਾ ਇੱਕ ਮਾਹੌਲ ਬਣ ਰਿਹਾ ਹੈ ਕਿ ਲੱਗਦਾ ਜਿਹੜਾ ਇਹ ਆਖਰੀ ਬਜਟ ਸੈਸ਼ਨ ਹੈ, ਸਿੱਧੇ ਤੌਰ ਤੇ ਪੰਜਾਬ ਜਿਹੜਾ ਹੈਗਾ ਚੋਣਾਂ ਦੇ ਦੌਰ 'ਚ ਦਾਖਲ ਹੁੰਦਾ ਨਜ਼ਰ ਆ ਰਿਹਾ ਹੈ। ਪ੍ਰੋਫੈਸਰ ਮਨਜੀਤ ਸਿੰਘ ਜੀ, ਉਹ ਤੇ ਹੁਣ ਤੋਂ ਪਹਿਲਾਂ ਹੀ ਇਹਨਾਂ ਨੇ ਛੱਕੇ ਛੜਾ ਦੇਣੇ ਸੀਗੇ ਪਾਰਟੀਆਂ ਨੇ। ਥੋੜਾ ਬਹੁਤ ਕਰੋਨਾ ਕਰਕੇ ਢਿੱਲ ਮੱਠ ਜੀ ਹੋ ਗਈ ਆ, ਕੁਝ ਕਿਸਾਨਾਂ ਦੀ ਮੂਵਮੈਂਟ ਚੱਲ ਰਹੀ ਆ, ਇਸ ਕਰਕੇ ਸਿੱਧੂ ਸਾਹਿਬ ਇਹ ਬਹੁਤਾ ਜ਼ੋਰ ਹੈ ਜੀ ਉਧਰ ਨੂੰ ਨਹੀਂ ਦੇ ਰਹੇ। ਕਿਸਾਨ ਕਹਿਣਗੇ ਕਿ ਦੇਖੋ ਸਾਨੂੰ ਭੁੱਲ ਕੇ ਤੇ ਇਹਨਾਂ ਨੂੰ ਚੋਣਾਂ ਦੀ ਪਈ ਹੋਈ ਹੈ, ਸੱਤਾ ਪਿੱਛੇ ਲੱਗੇ। ਪਰ ਉਹਦੇ ਬਾਵਜੂਦ ਵੀ ਦੇਖੋ 21 ਮਾਰਚ ਨੂੰ ਰੈਲੀ ਰੱਖਤੀ ਆ ਮੋਗੇ ਨੇੜੇ ਕੇਜਰੀਵਾਲ ਦੀ ਪਾਰਟੀ ਨੇ। ਨਾ ਕਿਸਾਨਾਂ ਦਾ ਯਾਰ ਰੈਲੀ ਰਾਜਨੀਤਿਕ ਹੈਗੀ ਆ। ਮੇਰਠ ਵਿੱਚ ਵੀ ਰਾਜਨੀਤੀ ਔਰ ਮਹਾ ਪੰਚਾਇਤ ਹੋਈ ਹੈ ਯੂਪੀ 'ਚ, ਪਰ ਉੱਥੇ ਵੀ ਪੰਜਾਬ ਦੀਆਂ ਗੱਲਾਂ ਜ਼ਿਆਦਾ ਹੋਈਆਂ, ਕਿਸਾਨਾਂ ਦੀਆਂ ਗੱਲਾਂ ਹੋਈਆਂ, ਜੇ ਉਹ ਸਾਰਾ। ਮੇਰਾ ਇਹ ਕਹਿਣਾ ਕਿ ਇਹ ਬਿਗਲ ਤੇ ਵੱਜੇ ਚੁੱਕਾ, ਕੋਈ ਨਵੀਂ ਗੱਲ ਨਹੀਂ ਹੈ। ਹਰ ਵਾਰੀ ਬਿਗਲ ਤੇ ਹਰ ਦੂਜੇ ਤੀਜੇ ਸਾਲ ਵੱਜਦਾ ਹੀ ਰਹਿੰਦਾ। ਕਦੀ ਪੰਚਾਇਤਾਂ ਦਾ ਵੱਜ ਗਿਆ, ਕਦੀ ਲੋਕਲ ਬੋਡੀ ਦਾ, ਅਰਬਨ ਦਾ ਵੱਜ ਗਿਆ, ਕਦੀ ਫਿਰ ਇਹ ਪੰਚਾਇਤ, ਫਿਰ ਅਸੈਂਬਲੀ ਆ ਗਈ, ਫਿਰ ਪਾਰਲੀਮੈਂਟ ਆ ਗਈ। ਇਹ ਤਾਂ ਲਗਾਤਾਰ ਚੱਲਿਆ ਹੀ ਰਹਿੰਦਾ ਕੰਮ, ਕਿਸੇ ਨਾ ਕਿਸੇ ਰੂਪ 'ਚ ਚੱਲਿਆ ਰਹਿੰਦਾ। ਔਰ ਇਹ ਜਿਹੜੀ ਰਾਜਨੀਤਿਕ ਜਮਾਤ ਆ, ਤੁਸੀਂ ਇਮਾਨਦਾਰੀ ਨਾਲ ਸੋਚੋ, ਤੁਸੀਂ ਵੀ ਜਰਨਲਿਸਟ ਆ, ਕਿੰਨੇ ਸਾਲਾਂ ਤੋਂ ਕਵਰ ਕਰ ਰਹੇ। ਅਸੈਂਬਲੀ 'ਚ ਪਿਛਲੀ ਵਾਰੀ ਹੋਇਆ, ਉਦੋਂ ਪਿਛਲੀ ਵਾਰੀ ਹੋਇਆ, ਪਿਛਲੀਆਂ ਚੋਣਾਂ ਤੋਂ ਜਿਹੜਾ ਆਖਰੀ ਬਜਟ ਸੀਗਾ ਕਿਸਾਨਾਂ ਦਾ, ਇਹਦਾ ਅਕਾਲੀ ਦਲ ਦਾ ਆਖਰੀ ਬਜਟ ਸੀਗਾ, ਉਹਦੇ 'ਚ ਵੀ ਤੁਹਾਨੂੰ ਇਹੋ ਕੁਝ ਸਾਰਾ 16 ਵਾਲੇ 'ਚ ਦੇਖਣ ਨੂੰ ਮਿਲੂਗਾ। ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਵੈਲ ਆਰਕੈਸਟਰਡ, ਵੈਲ ਇੱਕ ਕਿਸਮ ਦਾ ਹੋ ਗਿਆ, ਜਾਣੀ ਕਿ ਇਹ ਉਂਝ ਪਾਰਟੀਆਂ ਨੂੰ, ਮੈਂ ਇਹਨੂੰ ਸਮਝਦਾ ਕਿ ਪਾਰਟੀਆਂ ਨੂੰ ਆਪਣਾ ਨਾਂ ਥਾਂ ਲੋਕਾਂ ਦੇ ਵਿੱਚ ਪਹੁੰਚਾਉਣ ਲਈ, ਆਪਣਾ ਮੈਸੇਜ ਪਹੁੰਚਾਉਣ ਲਈ ਵੱਡੀਆਂ ਵੱਡੀਆਂ ਰੈਲੀਆਂ ਕਰਨੀਆਂ ਪੈਂਦੀਆਂ, ਵੱਡੇ ਵੱਡੇ ਪ੍ਰੈਸ ਇੱਥੇ ਉਹ ਛੱਡ ਕੇ ਇੱਥੇ ਬਣੀ ਬਣਾਤੀ ਇੱਕ, ਜਿੱਥੇ ਸਾਰਾ ਜਹਾਨ ਦਾ ਮੀਡੀਆ ਪੰਜਾਬ ਸਾਰੇ ਦਾ ਪਹੁੰਚਿਆ ਹੁੰਦਾ। ਉਹ ਆਪੋ ਆਪਣੀ ਤਨਜ਼ੀਮ ਇਸ ਗੱਲ 'ਚ ਨਹੀਂ ਹੁੰਦੀ ਕਿ ਪੰਜਾਬ ਦਾ ਭਲਾ ਕਿਹਨੇ ਕਿਵੇਂ ਕਰਾਉਣਾ। ਉਹ ਨਿੰਦਣ ਦਾ, ਕੱਟਣ ਦਾ, ਲੱਤਾਂ ਤੇ ਸੋਟੀਆਂ ਮਾਰਨ ਦਾ, ਗੱਲਾਂ ਦੇ ਤੀਰ ਚਲਾਉਣ ਦਾ, ਅਸੈਂਬਲੀ 'ਚ ਨਾਅਰੇ ਲਾਉਣ ਦਾ। ਅਸੈਂਬਲੀ ਨਾਅਰੇ ਲਾਉਣ ਲਈ ਆ ਕਿ ਡਿਸਕਸ਼ਨ ਕਰਨ ਲਈ ਆ? ਅਸੈਂਬਲੀ ਤੇ ਇੱਕ ਕਿਸਮ ਦੀ ਸਰ ਰੁਕਿਓ ਜਰਾ, ਸਰ ਰੁਕਿਓ, ਬੜਾ ਇੰਪੋਰਟੈਂਟ ਸਵਾਲ ਹੈ ਜਿਹੜਾ ਤੁਸੀਂ ਲੈ ਰਹੇ ਹੋ। ਬਹੁਤ ਹੀ ਦਿਲਚਸਪ ਸਥਿਤੀ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਇੱਕ ਪਾਸੇ ਤਾਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੈ, ਇਹ ਸਾਰਾ ਕੁਝ ਪੰਜਾਬ ਦਾ ਸਭਾ ਦੇ ਅੰਦਰ ਵੀ ਕਿਹਾ ਜਾ ਸਕਦਾ ਸੀ, ਜੋ ਕਾਂਗਰਸ ਵੱਲੋਂ ਤੇ ਅਕਾਲੀ ਦਲ ਵੱਲੋਂ ਬਾਹਰ ਆ ਕੇ ਕਿਹਾ ਗਿਆ ਹੈ। ਮੈਂ ਨਹੀਂ ਬਿਲਕੁਲ ਤੁਹਾਡੀ, ਮੈਂ ਉੱਥੇ ਹੁਣ ਆਉਣ ਹੀ ਲੱਗਾ ਸੀਗਾ। ਮੈਂ ਤੁਹਾਨੂੰ ਇਹਦੋਂ ਵੀ ਅਗਲੀ ਗੱਲ ਕਹਿਣਾ, ਇਹ ਹਾਕਮ ਪਾਰਟੀ ਦੀ ਜ਼ਿੰਮੇਵਾਰੀ ਬਣਦੀ ਆ। ਸਵੈ ਸਾਹਿਬ ਬੈਠੇ ਬੜੇ ਸਿਆਣੇ, ਮੇਰੇ ਨਾਲ ਬਿਲਕੁਲ ਐਗਰੀ ਕਰਨਗੇ, ਭਾਵੇਂ ਵਿਰੋਧ ਕਰ ਦੇਣ ਤਾਂ ਵੀ ਅੰਦਰੋਂ ਐਗਰੀ ਕਰਨਗੇ, ਕਿ ਹਾਕਮ ਪਾਰਟੀ ਦੀ ਗੱਲ ਬਣਦੀ ਆ ਕਿ ਜਦੋਂ ਤੁਸੀਂ ਐਡੀ ਅਹਿਮ ਡਿਸਕਸ਼ਨ ਕਰਨੀ ਆ, ਜਿਹਦੇ ਵਿੱਚ ਆਉਣ ਵਾਲੇ ਪੂਰੇ ਸਾਲ ਦਾ ਬਜਟ ਪਾਸ ਹੋਣਾ, ਉਹ ਹਰ ਸਾਲ ਹੀ ਇੰਝ ਹੋਣਾ ਚਾਹੀਦਾ। ਉਹ ਜਨਵਰੀ ਜਾਂ ਦਸੰਬਰ ਐਂਡ ਦੇ ਵਿੱਚ ਸਪੈਸ਼ਲ ਮੀਟਿੰਗ ਕਰਨ, ਇੱਕ ਮੀਟਿੰਗ ਅਕਾਲੀਆਂ ਨਾਲ ਕਰਨ, ਇੱਕ ਮੀਟਿੰਗ ਆਮ ਆਦਮੀ ਪਾਰਟੀ ਨਾਲ ਕਰਨ, ਇੱਕ ਸਾਰਿਆਂ ਬਾਕੀਆਂ ਨਾਲ ਕਰਨ, ਔਰ ਉਹਨਾਂ ਸਾਰਿਆਂ ਨੂੰ 2 ਮਹੀਨੇ ਪਹਿਲਾਂ ਨੋਟਿਸ ਜਾਰੀ ਕਰਨ ਰੂਲਿੰਗ ਪਾਰਟੀ ਕਿ ਦੇਖੋ ਬਜਟ ਆਉਣ ਵਾਲਾ, ਬਜਟ ਅਸੀਂ ਤਿਆਰ ਕਰਨਾ, ਤੁਸੀਂ ਸਾਨੂੰ ਸਾਰੀਆਂ ਜਿਹੜੀਆਂ ਤੁਹਾਡੇ 8-10 ਮੇਨ ਮੁੱਦੇ, ਮੇਨ ਵਿਕਾਸ ਦੇ ਮੁੱਦੇ ਆ, ਉਹ ਲੈ ਕੇ ਆਓ। ਉਹਦੇ 'ਚ ਕਿੰਨਾ ਖਰਚਾ ਆਊਗਾ, ਔਰ ਨਾਲ ਸਾਨੂੰ ਇਹ ਦੱਸੋ ਕਿ ਉਹਦੇ ਸੋਰਸਿਸ ਕੀ ਹੋਣਗੇ। ਪੰਜਾਬ ਦੀ ਆਹ ਪ੍ਰਸਥਿਤੀ ਆ, ਇੰਨੇ ਸਾਡੇ ਕੋਲ ਪੈਸੇ ਆ, ਇੰਨੇ ਖਰਚੇ ਆ, ਸਾਨੂੰ ਤੁਸੀਂ ਦੱਸੋ ਕਿ ਅਸੀਂ ਇਸ ਨੂੰ ਅੱਗੇ ਕਿਵੇਂ ਤੋਰੀਏ। ਅਸੀਂ ਤੁਹਾਡੇ ਵਿਚਾਰ, ਤੁਹਾਡੀਆਂ ਸਲਾਹਾਂ ਬਜਟ 'ਚ ਐਂਟਰ ਕਰਨਾ ਚਾਹੁੰਦੇ ਆ। ਇਸੇ ਤਰ੍ਹਾਂ ਦੂਜਿਆਂ ਨੂੰ ਪੁੱਛਣ, ਜਿਹੜੀ ਮੁੱਖ ਵਿਰੋਧੀ ਪਾਰਟੀ ਆ, ਇਹ ਵੀ ਆਪਣਾ ਰਿਟਨ 30-40 ਪੇਜ ਦਾ ਬਜਟ ਲੈ ਕੇ ਜਾਣ, ਪ੍ਰਪੋਜ਼ਲ ਲੈ ਕੇ ਜਾਣ। ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ, ਬਾਕੀ ਵੀ ਸਾਰੇ। ਨਹੀਂ ਮੇਰੀ ਗੱਲ ਖਤਮ ਹੋਣ ਦਿਓ। ਜੇ ਫਿਰ ਉਹ ਐਂਟਰੀ ਨਹੀਂ ਹੁੰਦੀ ਉਹਦੇ 'ਚ, ਮੰਨ ਲਓ ਜਿੱਦਣ ਬਜਟ ਆ ਗਿਆ,
ਇਹਨਾਂ ਨੇ ਆਪਣੀਆਂ ਗੱਲਾਂ ਕਹੀਆਂ, ਫੈਸਲੇ ਹੋ ਗਏ, ਉੱਥੇ ਨਹੀਂ ਹੁੰਦੇ ਤੇ ਅੰਦਰ ਡਿਸਕਸ਼ਨ ਕਰਨ, ਉਹਨਾਂ ਦੀ ਜਵਾਬਦੇਹੀ ਹੋਵੇ ਤੇ ਆਪਣੇ ਪਹਿਲੇ ਡਾਕੂਮੈਂਟ ਦਿਖਾ ਲੈਣ, ਵੰਡਣ, ਵੱਧ ਤੋਂ ਵੱਧ ਵੰਡਣ ਕਿ ਅਸੀਂ ਆ ਕਿਹਾ ਸੀ, ਜੀ, ਹੋਇਆ, ਜੀ। ਇਹਦਾ ਆ ਸਾਧਨ। ਯਾਨੀ ਸੀਰੀਅਸ ਨਹੀਂ, ਮੇਰਾ ਕਹਿਣ ਦਾ ਮਤਲਬ ਇਹ ਪਾਰਟੀਆਂ ਸੀਰੀਅਸ ਨਹੀਂ, ਮੀਡੀਆ ਦੇ ਵਿੱਚ ਆਪਾਂ ਜਵਾਬ ਲੈਣੇ ਦਿਖਾਉਣ ਲਈ ਸੁਰਖੀਆਂ ਬਟੋਰਨ ਤੋਂ ਇਲਾਵਾ ਕੁਛ ਨਹੀਂ ਹੈ। ਇਹ ਲੋਕਾਂ ਨੂੰ ਪਤਾ ਲੱਗ ਚੁੱਕਾ, ਇਸੇ ਕਰਕੇ ਕਿਸਾਨਾਂ ਨੇ ਇਹਨਾਂ ਨੂੰ ਚੀਜ਼ਾਂ ਦੇ ਨੇੜੇ ਨਹੀਂ ਫਟਕਣ ਦਿੱਤਾ। ਜੀ ਜੀ, ਤੁਹਾਡੀ ਗੱਲ ਆ ਗਈ। ਦੀਪਕ ਜੀ, ਮੈਂ ਬ੍ਰੇਕ ਤੋਂ ਪਹਿਲਾਂ ਜਿਸ ਤਰੀਕੇ ਨਾਲ ਸਵੈ ਜੀ ਨੇ ਗੱਲ ਕੀਤੀ ਹੈ ਕਿ ਅਕਾਲੀ ਦਲ ਜਿਹੜਾ ਹੈਗਾ ਸਿਰਫ ਆਪਣਾ ਏਜੰਡੇ ਨੂੰ ਲੈ ਕੇ, ਅਕਾਲੀ ਦਲ ਦੇ ਪਿਛਲੇ 10 ਸਾਲ ਦਾ ਹਿਸਾਬ ਕਿਤਾਬ ਵੀ ਲੋਕ ਮੰਗਣਗੇ, ਨਾਲ ਉਹਨਾਂ ਨੇ ਕਿਹਾ ਕਿ ਕੇਂਦਰ ਵਿਰੁੱਧ ਬੋਲਣ ਦੀ ਲੋੜ ਸੀ, ਤੇਲ ਕੀਮਤਾਂ ਤੇ ਦੂਜੇ ਮੁੱਦਿਆਂ ਨੂੰ ਲੈ ਕੇ ਅਕਾਲੀ ਦਲ ਜਿਹੜਾ ਹੈਗਾ ਉਸ ਮਾਮਲੇ ਦੇ ਉੱਤੇ ਚੁੱਪ ਹੈ। ਸਿੱਧੂ ਜੀ, ਜਿਹੜੀਆਂ ਜੀ, ਜੀ 10 ਭਾਜੀ। ਸਾਲ ਦੀ ਗੱਲ ਕਰਦੇ ਆ ਕਿ ਲੋਕ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਜਦੋਂ ਵੋਟਾਂ ਲਈ ਜਾਊਗਾ ਇਹਨਾਂ ਸਾਡੇ ਤੋਂ ਮੰਗਣਗੇ, ਸਵੈ ਸਾਹਿਬ ਤੁਸੀਂ ਭੁੱਲ ਗਏ ਆ, ਸਾਡਾ ਹਿਸਾਬ ਕਿਤਾਬ ਲੈਣ ਵਾਸਤੇ ਤੁਹਾਡੀ ਸਰਕਾਰ ਬਣਾਈ ਸੀ, ਐਲੀਗੇਸ਼ਨ ਲੱਗੇ ਸੀ ਸਾਡੇ ਤੇ, ਆਪਣਾ ਭਾਵੇਂ ਉੱਤੇ ਰੇਤੇ ਦੇ ਲੱਗੇ, ਰੇਤੇ ਬਜਰੀ ਦੇ ਲੱਗੇ, ਭਾਵੇਂ ਨਸ਼ਿਆਂ ਦੇ ਲੱਗੇ, ਭਾਵੇਂ ਸਾਡੇ ਤੇ ਆਪਣੇ ਕੋਟਕਪੂਰਾ ਬਹਿਬਲ ਕਲਾਂ ਕਾਂਡ ਦੇ ਲੱਗੇ, ਐਲੀਗੇਸ਼ਨ ਲੱਗੇ ਸੀ। ਉਸ ਵਾਸਤੇ ਸਰਕਾਰ ਤੁਹਾਡੀ ਆਈ ਸੀ ਕਿ 5 ਸਾਲਾਂ ਦੇ ਵਿੱਚ ਤੁਸੀਂ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰੋਗੇ, ਔਰ ਤੁਸੀਂ ਗੁਟਕਾ ਸਾਹਿਬ ਕਰਕੇ ਸਟੇਜਾਂ ਤੇ ਕਿਹਾ ਵੀ ਸੀ ਕਿ ਅਸੀਂ ਆਹ ਕੁਝ ਅਕਾਲੀ ਦਲ ਨੇ ਕੀਤਾ 10 ਸਾਲਾਂ ਦੇ ਵਿੱਚ, ਅਸੀਂ ਸਾਰਾ ਕੁਝ ਸਾਹਮਣੇ ਲਿਆ ਦਾਂਗੇ। ਹੁਣ ਤੁਹਾਨੂੰ ਪੁੱਛਣਗੇ 5 ਸਾਲਾਂ 'ਚ ਕੀ ਕੀਤਾ, ਕਿਹੜੇ ਸਾਡੇ ਮੰਤਰੀ ਨੂੰ ਤੁਸੀਂ ਜੇਲ੍ਹਾਂ ਦੇ ਸਲਾਖਾਂ ਦੇ ਅੰਦਰ ਕੀਤਾ, ਇਹਨਾਂ ਦੇ ਐਲੀਗੇਸ਼ਨ ਤੁਸੀਂ ਪ੍ਰੂਵ ਕੀਤੇ। ਬਹਿਬਲ ਕਲਾਂ ਦੇ ਵਿੱਚ ਜਿਹੜਾ ਗੋਲੀ ਕਾਂਡ ਹੋਇਆ ਜਿੱਥੇ 2 ਨੌਜਵਾਨ ਸ਼ਹੀਦ ਹੋਏ, ਕਿਹੜੇ ਲੀਡਰਾਂ ਦਾ ਹੱਥ ਸੀਗਾ, ਕਿਹਨਾਂ ਨੂੰ ਤੁਸੀਂ ਅੰਦਰ ਭੇਜਿਆ, ਇਹ ਸਾਰਾ ਹਿਸਾਬ ਸਾਨੂੰ ਪੁੱਛਣਗੇ, ਇਹ ਹੁਣ ਤੁਹਾਨੂੰ ਪੁੱਛਣਗੇ। ਹੁਣ ਉਸ ਤੋਂ ਹੁਣ ਨਹੀਂ ਭੱਜਣ ਦੇਣਗੇ। ਪਿਛਲੀ ਵਾਰੀ ਵਿਸ਼ਵਾਸ ਕਰ ਲਿਆ, ਠੀਕ ਹੈ, 10 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਕਮੀਆਂ ਪੇਸ਼ੀਆਂ ਰਹਿ ਜਾਂਦੀਆਂ, ਗਲਤੀਆਂ ਵੀ ਹੋ ਜਾਂਦੀਆਂ, ਜਾਣੇ ਅਣਜਾਣੇ 'ਚ ਵੀ ਹੋ ਜਾਂਦੀਆਂ, ਔਰ ਜਦੋਂ ਸਰਕਾਰ 'ਚ ਬੰਦਾ ਹੋਵੇ ਜ਼ਿੰਮੇਵਾਰੀ ਤਾਂ ਸਰਕਾਰ ਦੀ ਹੁੰਦੀ ਹੈ। ਜੇ ਉੱਥੇ ਬਹਿਬਲ ਕਲਾਂ ਗੋਲੀ ਕਾਂਡ ਹੋਇਆ ਜਾਂ ਕੋਈ ਉਦੋਂ ਜੋ ਹੋਇਆ, ਉਹਦੀ ਜ਼ਿੰਮੇਵਾਰੀ ਵੀ ਸਾਡੀ ਸੀ, ਔਰ ਉਹਦੀ ਸਾਨੂੰ ਦੁੱਖ ਵੀ ਹੈ, ਉਹਦੀ ਅਸੀਂ ਮਾਫੀ ਵੀ ਮੰਗਦੇ ਹਾਂ, ਮਾਫੀ ਮੰਗੀ ਵੀ ਹੈ ਕਿ ਸਾਡੇ ਵੇਲੇ ਨਹੀਂ ਹੋਣਾ ਚਾਹੀਦਾ ਸੀ, ਪਰ ਕਈ ਚੀਜ਼ਾਂ ਨਾ ਚਾਹੁੰਦੇ ਹੋਏ ਵੀ ਹੋ ਜਾਂਦੀਆਂ, ਪਰ ਉਹਦਾ ਦੁੱਧ ਤੇ ਦੁੱਧ, ਪਾਣੀ ਦਾ ਪਾਣੀ ਲੋਕ ਮੰਗਦੇ ਸੀ ਕਿ ਵੱਡਾ ਇਸ਼ੂ ਹੈ, ਸੈਂਟੀਮੈਂਟਸ ਨਾਲ ਜੁੜਿਆ ਹੋਇਆ, ਤੁਸੀਂ ਉਹਦਾ ਕੱਢੋਗੇ। ਅੱਜ 5 ਸਾਲ ਹੋ ਗਏ ਹੈ, 4.5 ਸਾਲ ਹੋ ਗਏ ਹੈ, ਸਿੱਟ ਤੇ ਸਿੱਟ ਭਾਈ ਜਾਂਦੇ ਹੋ, ਵੱਡੇ ਏਡੀਜੀ ਜੀ ਭਾਏ ਹੋਏ ਹੈ। ਸਿਰਫ ਰਾਜਨੀਤੀ ਤੋਂ ਵੱਧ ਤੁਸੀਂ ਉਹਨਾਂ ਮੁੱਦਿਆਂ ਤੇ ਕੁਝ ਨਹੀਂ ਕੀਤਾ, ਇਹਨੂੰ ਲਮਕਾਇਆ ਜਾਵੇ, ਇਹਦੇ ਤੋਂ ਅਸੀਂ ਵਾਰੀ ਇਸ ਮੁੱਦੇ ਨੂੰ ਉਠਾ ਕੇ ਵੋਟਾਂ ਲੈ ਲਾਂਗੇ, ਪਰ ਲੋਕ ਸ਼ਾਇਦ ਸਮਝ ਚੁੱਕੇ ਆ, ਇਹਦਾ ਜਵਾਬ ਤੁਹਾਨੂੰ ਹੀ ਦੇਣਾ ਪੈਣਾ। ਤੁਸੀਂ 5 ਸਾਲ ਰਹੇ ਹੋ। ਬਾਕੀ ਗੱਲ ਤੁਸੀਂ ਕੀਤੀ ਜੀ, ਪ੍ਰਧਾਨ ਜੀ ਸਾਡੇ ਚੱਪਾ ਪਾ ਕੇ ਬੈਠੇ ਆ, ਸਵੈ ਸਾਹਿਬ। ਦੀਪਕ ਜੀ, ਮੈਂ ਇਸ ਮੁੱਦੇ ਤੇ ਆਵਾਂਗਾ, ਆਪਾਂ ਨੂੰ ਮਜਬੂਰੀ ਇੱਕ ਬ੍ਰੇਕ ਲੈਣੀ ਪੈਣੀ, ਮੈਂ ਤੁਹਾਡੇ ਸਵਾਲ ਤੇ ਆ ਰਿਹਾ, ਛੋਟੀ ਜੀ ਬ੍ਰੇਕ ਤੋਂ ਬਾਅਦ ਇਸੇ ਮੁੱਦੇ ਤੇ ਆ ਰਹੇ ਹਾਂ ਵਾਪਸ। ਨਜ਼ਰੀਏ ਦੀ ਡਿਬੇਟ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ। ਦੀਪਾ ਜੀ, ਤੁਸੀਂ ਬ੍ਰੇਕ ਤੋਂ ਪਹਿਲਾਂ ਸਵੈ ਜੀ ਨੇ ਜਿਹੜਾ ਪ੍ਰਧਾਨਗੀ ਦੇ ਮਾਮਲੇ ਨੂੰ ਲੈ ਕੇ ਸਵਾਲ ਉਠਾਇਆ ਸੀ, ਉਹਦੇ ਤੇ ਆਪਣਾ ਜਵਾਬ ਦੇਣਾ ਚਾਹੁੰਦੇ ਸੀ, ਪਰ ਇੱਕ ਸਵਾਲ ਉਹਨਾਂ ਨਾਲ ਇਹ ਵੀ ਕੀਤਾ ਹੈ ਕਿ ਅਕਾਲੀ ਦਲ ਜਿਹੜਾ ਹੈਗਾ ਭਾਜਪਾ ਦੇ ਮੁੱਦੇ ਦੇ ਉੱਤੇ ਚੁੱਪ ਕਿਉਂ ਹੈ। ਅੱਜ ਸੁਖਬੀਰ ਬਾਦਲ ਦਾ ਜਿਹੜਾ ਭਾਸ਼ਣ ਹੈ, ਜਿਹੜਾ ਉਹਨਾਂ ਨੇ ਰੈਲੀ ਦੇ ਵਿੱਚ ਦਿੱਤਾ, ਜੇ ਸਾਰੇ ਭਾਸ਼ਣ ਨੂੰ ਆਪਾਂ ਸੁਣਦੇ ਹਾਂ ਤਾਂ ਸਾਰੇ ਭਾਸ਼ਣ ਦੇ ਵਿੱਚ ਉਹਨਾਂ ਨੇ ਕਿਸਾਨੀ ਦੀ ਦੂਜੇ ਮੁੱਦਿਆਂ ਤੇ ਗੱਲ ਕੀਤੀ ਹੈ, ਪਰ ਮੋਦੀ ਸਰਕਾਰ ਦੇ ਮੁੱਦੇ ਤੇ ਉਹਨਾਂ ਨੇ ਇੱਕ ਵੀ ਨੈਗੇਟਿਵ ਜਾਂ ਉਹਨਾਂ ਦੀ ਆਲੋਚਨਾ ਵਾਲਾ ਕੋਈ ਅਟੈਕ ਇਦਾਂ ਦਾ ਨਹੀਂ ਕੀਤਾ। ਤੁਸੀਂ ਆਪਣੀ ਗੱਲ ਵੀ ਕਰਿਓ, ਔਰ ਅਕਾਲੀ ਦਲ ਕਿਉਂ ਚੁੱਪ ਹੈ ਮੋਦੀ ਦੀ ਸਰਕਾਰ ਤੇ, ਇਸ ਮੁੱਦੇ ਤੇ ਵੀ ਸਵੈ ਜੀ ਨੇ ਸਵਾਲ ਉਠਾਇਆ ਜੀ। ਸਿੱਧੂ ਜੀ, ਜਿਹੜੀ ਗੱਲ ਚਲੋ ਪ੍ਰਧਾਨਗੀ ਦੀ ਗੱਲ ਕੀਤੀ ਕਿ ਸੁਖਬੀਰ ਸਿੰਘ ਬਾਦਲ ਜੀ ਵੱਲ ਇਸ਼ਾਰਾ ਸੀ, ਸ਼ਾਇਦ ਉਹ ਪ੍ਰਧਾਨਗੀ ਨੂੰ ਜੱਫਾ ਪਾ ਕੇ ਬੈਠੇ ਹੈ। ਜੋ ਵੀ ਪੋਲੀਟੀਕਲ ਪਾਰਟੀਆਂ ਵਾਸਤੇ ਹਦਾਇਤਾਂ ਹੁੰਦੀਆਂ, ਗਾਈਡਲਾਈਨਸ ਹੁੰਦੀਆਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ, ਉਸੇ ਮੁਤਾਬਕ ਜੇ ਮੈਂਬਰਸ਼ਿਪ ਹੁੰਦੀ ਹੈ, ਮੈਂਬਰਸ਼ਿਪ ਦੇ ਵਿੱਚੋਂ ਸਾਡੇ ਡੈਲੀਗੇਟ ਚੁਣੇ ਜਾਂਦੇ ਆ, ਉਹਨਾਂ ਵਿੱਚੋਂ ਸਰਕਲ ਪ੍ਰਧਾਨ ਬਣਦੇ ਆ, ਜ਼ਿਲ੍ਹੇ ਦੇ ਡੈਲੀਗੇਟ ਹੁੰਦੇ ਆ, ਔਰ ਜ਼ਿਲ੍ਹੇ ਦੇ ਡੈਲੀਗੇਟ ਫਿਰ ਪ੍ਰਧਾਨ ਦੀ ਚੋਣ ਕਰਦੇ ਆ। ਉਸ ਮੁਤਾਬਕ ਚੋਣ ਹੋਈ ਆ ਉਹਨਾਂ ਦੀ, ਹੈ ਉਹਦੇ ਜੱਫਾ ਪਾਉਣ ਵਾਲੀ ਕਿਹੜੀ ਗੱਲ ਹੈ। ਔਰ ਤੁਸੀਂ ਇਹ ਛੱਜ ਤਾਂ ਬੋਲੇ, ਛਾਨੀ ਕੀ ਬੋਲੇ, ਕਾਂਗਰਸ ਪਾਰਟੀ ਗੱਲ ਕਰਦੀ ਹੈ, ਜਿੰਦੇ ਤੁਸੀਂ ਸੋਨੀਆ ਗਾਂਧੀ ਨੂੰ ਪ੍ਰਧਾਨ ਬਣਾ ਕੇ ਰੱਖਿਆ ਹੋਇਆ ਪਿਛਲੇ 19 ਸਾਲਾਂ ਤੋਂ, ਔਰ ਘਰ ਤੋਂ ਬਾਹਰ ਉਹਨਾਂ ਨੂੰ ਕੁਝ ਵੇਖਦਾ ਹੀ ਨਹੀਂ। ਔਰ ਮੈਂ ਅੱਜ ਹੀ ਵਧਾਈ ਦੇ ਦੇਣਾ ਕਿ 2 ਮਹੀਨਿਆਂ ਨੂੰ ਰਾਹੁਲ ਗਾਂਧੀ ਜਿਹੜਾ ਪ੍ਰਧਾਨਗੀ ਦੀ ਛੱਡੀ ਸੀ, ਹੁਣ ਪਤਾ ਨਹੀਂ 6, 8, 10 ਮਹੀਨਿਆਂ ਦੇ ਵਿੱਚ ਕੀ ਉਹ ਸਿੱਖ ਲਿਆ ਉਹਨਾਂ ਨੇ ਕਿ ਦੁਬਾਰਾ ਫਿਰ ਪ੍ਰਧਾਨ ਬਣਨ ਜਾ ਰਹੇ ਹੈ। ਤੁਹਾਡੇ 23 ਸੀਨੀਅਰ ਮੋਸਟ ਲੀਡਰ ਤੁਹਾਡੀ ਪ੍ਰਧਾਨਗੀ ਤੇ, ਤੁਹਾਡੀ ਲੀਡਰਸ਼ਿਪ ਤੇ ਉਂਗਲ ਚੱਕ ਰਹੇ ਹੈ। ਇਹ ਸਾਡੀ ਪਾਰਟੀ ਦੀਆਂ ਗੱਲਾਂ ਆਪਾਂ ਕਰਦੇ ਹਾਂ, ਆਪਾਂ ਨੂੰ ਮੈਂ ਸਮਝਦਾ ਆਪਦੇ ਉੱਥੇ ਦੇਖਣਾ ਚਾਹੀਦਾ
ਮਤਲਬ ਜੋ ਉਹ ਅੱਜ ਕਾਂਗਰਸ ਪਾਰਟੀ ਦਾ ਹਾਲ ਹੈ। ਪਰ ਚਲੋ ਉਹ ਤੁਹਾਡੀ ਗੱਲ ਹੈ, ਤੁਸੀਂ ਕਰੋਗੇ। ਬਾਕੀ ਜਿਹੜੀ ਗੱਲ ਹੈ ਕਿ ਮੋਦੀ ਸਰਕਾਰ ਬਾਰੇ ਕੁਝ ਨਹੀਂ ਕਿਹਾ। ਮੈਂ ਅੱਜ ਇਹ ਵੀ ਕਹਾਂ, ਸੁਖਬੀਰ ਸਿੰਘ ਬਾਦਲ ਨੇ ਜੋ ਉੱਥੇ ਭਾਸ਼ਣ ਦਿੱਤਾ ਉਹਦੇ ਚ ਕਿਹਾ, ਪਰ ਤੁਸੀਂ ਬਿਕਰਮਜੀਤ ਸਿੰਘ ਮਜੀਠੀਆ ਦਾ ਭਾਸ਼ਣ ਸੁਣੋ। ਟੋਟਲ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਉਹ ਗਵਰਨਰ ਦੇ ਉਸ ਦੀ ਗੱਲ ਕੀਤੀ ਕਿ ਇਸ ਗਵਰਨਰ ਦਾ ਤੁਹਾਨੂੰ ਬਾਈਕਾਟ ਕਰਨਾ ਚਾਹੀਦਾ ਹੈ। ਇਹ ਗਵਰਨਰ ਹੈ, ਮੋਦੀ ਸਰਕਾਰ ਨੂੰ ਰਿਪਰੈਜ਼ੈਂਟ ਕਰਦਾ ਹੈ। ਇਹੋ ਹੀ ਉਹ ਗਵਰਨਰ ਜਿਹਦੇ ਚ 115 ਸਾਡੇ MLA ਇਹਨਾਂ ਨੂੰ ਦੇ ਕੇ ਆਏ ਸੀ, ਜਿਹੜਾ ਅਸੀਂ ਮਤਾ ਪਾਸ ਕੀਤਾ ਸੀ। ਭਾਵੇਂ ਸਾਡੀ ਤੁਹਾਡੇ ਨਾਲ ਰਾਏ ਮਿਲਦੀ ਸੀ ਕਿ ਨਹੀਂ ਮਿਲਦੀ ਸੀ, ਸਾਡੇ ਖਿਆਲਾਤ ਮਿਲਦੇ ਸੀ ਕਿ ਨਹੀਂ ਮਿਲਦੇ ਸੀ, ਅੱਜ ਉਹੀ ਉਹ ਗਵਰਨਰ ਨੂੰ ਸ਼ੀਸ਼ਾ ਵਿਖਾਉਣਾ ਚਾਹੀਦਾ ਸੀ। ਇਸ ਗਵਰਨਰ ਬਾਰੇ ਕਹਿਣਾ ਜਾਂ ਮੋਦੀ ਸਰਕਾਰ ਬਾਰੇ ਕਹਿਣਾ ਇੱਕੋ ਹੀ ਗੱਲ ਹੈ। ਜਗਮੀਤ ਸਿੰਘ ਬਰਾੜ ਦਾ ਤੁਸੀਂ ਉੱਥੋਂ ਸਟੇਜ ਤੋਂ ਭਾਸ਼ਣ ਪੁੱਛੋ, ਇੱਕ ਇੱਕ ਲਾਈਨ ਉਹਨਾਂ ਨੇ ਜਿਹੜੀ ਹੈ ਸੈਂਟਰ ਸਰਕਾਰ ਤੇ ਕਹੀ ਹੈ ਕਿ ਸਰਕਾਰਾਂ ਆਣੀਆਂ ਜਾਣੀਆਂ, ਜੋ ਹੈਂਕੜ ਜੋ ਦਿਮਾਗ ਇਸ ਨਰਿੰਦਰ ਮੋਦੀ ਦੀ ਸਰਕਾਰ ਦਾ ਹੋਇਆ, ਜੋ ਅੱਜ ਦੀ ਘੜੀ ਹੋਇਆ, ਭੁੱਲਿਆ ਖੜਾ ਕਿ ਕਦੀ ਅਸੀਂ ਪਾਵਰ ਤੋਂ ਬਾਹਰ ਵੀ ਹੋਣਾ। ਸਾਰੀ ਗੱਲ ਮੋਦੀ ਸਰਕਾਰ ਤੇ ਕੀਤੀ ਹੈ। ਬਿਲਕੁਲ ਤਿੰਨੇ ਕਾਲੇ ਕਾਨੂੰਨਾਂ ਵਾਸਤੇ ਸ਼੍ਰੋਮਣੀ ਅਕਾਲੀ ਦਲ ਪਹਿਲੇ ਦਿਨ ਤੋਂ ਲੜਾਈ ਲੜ ਰਿਹਾ, ਅੱਜ ਵੀ ਲੜ ਰਿਹਾ, ਅੱਗੇ ਵੀ ਲੜ ਰਿਹਾ। ਪਰ ਕਿਉਂਕਿ ਬਜਟ ਸੈਸ਼ਨ ਹੈ, ਬਜਟ ਦੇ ਵਿੱਚ ਸਾਡਾ ਸਭ ਤੋਂ ਵੱਡੀ ਜਮਹੂਰੀ ਪੰਜਾਬ ਦੇ ਲੋਕਾਂ ਦੀ, ਕਿਸਾਨਾਂ ਦੀ ਕਿਉਂ ਨਹੀਂ ਗੱਲ ਕਰਾਂਗੇ। ਸਵੈ ਸਾਹਿਬ ਨੇ ਵੀ ਕਿਹਾ ਕਿ ਅੱਜ ਡੀਜ਼ਲ ਤੇ ਪੈਟਰੋਲ ਦੀਆਂ 1 ਸੈਕਿੰਡ ਲਊਂਗਾ ਕੀਮਤਾਂ ਹੈ, ਕਿਸਾਨੀਆਂ ਨਾਲ ਦੁਸ਼ਮਣੀ ਕੱਢਣ ਦੀ ਗੱਲ ਹੈ। ਆਪਾਂ ਠੀਕ ਹੈ ਸੈਂਟਰ ਦੇ ਸਰਕਾਰ ਦੇ ਧਰਨਾ ਵੀ ਲਾਈਏ, ਇਕੱਠੇ ਹੋ ਕੇ ਜਾਈਏ। ਸਵੈ ਸਾਹਿਬ ਜਿਹੜੀ ਜ਼ਿੰਮੇਵਾਰੀ ਸਾਡੀ ਸਰਕਾਰ ਦੀ ਬਣਦੀ ਹੈ, ਜੋ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਬਣਦੀ ਹੈ, ਠੀਕ ਹੈ। ਉਹਨਾਂ ਨੇ ਐਕਸਾਈਜ਼ ਉੱਥੇ ਲਾਈ ਹੋਈ ਹੈ 31 ਰੁਪਏ, ਕਿ 28 ਰੁਪਏ ਵੈਟ ਤੁਸੀਂ ਨਹੀਂ ਲਾਇਆ ਹੋਇਆ ਪੰਜਾਬ ਦੇ ਵਿੱਚ, ਕਿ ਤੁਸੀਂ 10 ਰੁਪਏ ਘਟਾਓ, ਫਿਰ ਜਾ ਕੇ ਗਵਰਨਰ ਦਾ ਘਰਾਓ ਕਰੋ, ਫਿਰ ਦਿੱਲੀ ਅਸੀਂ ਇਕੱਠੇ ਜਾਈਏ ਨਰਿੰਦਰ ਮੋਦੀ ਦੀ ਸਰਕਾਰ ਦਾ ਉੱਥੇ ਘਰਾਓ ਕਰੀਏ। ਉਹ ਗੱਲ ਬਣਦੀ ਹੈ। ਤੁਸੀਂ ਆਪਦੇ ਵੱਲੋਂ ਘਟਾਓ ਨਾ, ਕੱਲਾ ਤੁਸੀਂ ਗੈਸ ਸਿਲੰਡਰ ਚੱਕ ਕੇ ਲੈ ਜਾਓ ਤੇ ਉੱਥੇ ਪੈਟਰੋਲ ਪੰਪ ਦੀ ਪੈਟਰੋਲ ਦੀ ਗੱਲ ਕੌਣ ਕਰੂਗਾ, ਡੀਜ਼ਲ ਦੀ ਗੱਲ ਕੌਣ ਕਰੂਗਾ। ਤੁਹਾਡਾ ਵੈਟ ਨਾਲ ਦੇ ਸੂਬਿਆਂ ਨਾਲੋਂ ਹਰਿਆਣਾ, ਹਿਮਾਚਲ, ਚੰਡੀਗੜ੍ਹ ਦੀ ਗੱਲ ਕਰੀਏ ਵੱਧ ਹੈ ਕਿ ਨਹੀਂ ਹੈ। ਅੱਜ ਚੰਡੀਗੜ੍ਹ 'ਚ ਡੀਜ਼ਲ ਪੈਟਰੋਲ ਦੇ ਰੇਟ ਘੱਟ ਹੈ ਕਿ ਨਹੀਂ ਹੈ, ਹਰਿਆਣੇ 'ਚ ਘੱਟ ਹੈ ਕਿ ਨਹੀਂ, ਹਿਮਾਚਲ 'ਚ ਘੱਟ ਹੈ ਕਿ ਨਹੀਂ। ਚਲੋ ਜੀ ਭਾਜੀ, ਹੁਣ ਤਾਂ ਤੁਹਾਡਾ ਵੀ ਬਣਾ ਗਿਆ। ਤੁਹਾਨੂੰ ਇਹ ਨੀਰਾ ਡਰਾਮਾ ਕਰ ਰਹੇ ਹੋ। ਤੁਸੀਂ ਕਿਸਾਨੀ ਦੀ ਗੱਲ ਨਹੀਂ ਕਰ ਰਹੇ, ਸਿਰਫ ਡਰਾਮਾ ਕਰ ਰਹੇ ਹੋ, ਕਿਉਂਕਿ ਤੁਹਾਨੂੰ ਹਦਾਇਤਾਂ ਦਿੱਲੀ ਤੋਂ ਆ ਗਈਆਂ। ਦਿੱਲੀ ਦੀਆਂ ਹਦਾਇਤਾਂ ਰਾਹੁਲ ਗਾਂਧੀ ਨੂੰ ਪੁੱਛੋ, ਯੂਪੀ 'ਚ ਤੁਹਾਡੀ ਸਰਕਾਰ ਨਹੀਂ, ਹੋਰ ਗੱਲ ਹੈ। ਤੁਸੀਂ ਜੇ ਹਦਾਇਤਾਂ ਦੇਣੀਆਂ ਕੈਪਟਨ ਅਮਰਿੰਦਰ ਸਿੰਘ ਨੂੰ ਕਰੋ ਕਿ ਜਿਹੜੀਆਂ ਵੀ ਬੀਜੇਪੀ ਦੀਆਂ ਸਰਕਾਰਾਂ ਉਹਨਾਂ ਨਾਲੋਂ ਤੁਸੀਂ ਵੈਟ ਘਟਾਓ, ਲੋਕਾਂ ਨੂੰ ਰਿਆਇਤ ਦਿਓ, ਫਿਰ ਜਾ ਕੇ ਪਾਰਲੀਮੈਂਟ 'ਚ ਬੋਲੋ, ਫਿਰ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ। ਓਕੇ ਜੀ ਭਾਜੀ, ਬਿਲਕੁਲ ਤੁਹਾਡੀ ਗੱਲ ਆ ਗਈ ਜੀ ਭਾਜੀ, ਥੈਂਕ ਯੂ ਵੈਰੀ ਮਚ। ਸਰਕਾਰਾਂ ਸਾਡੇ ਵੈਟ ਸਾਡੇ ਘੱਟ ਹੈ ਜੀ ਭਾਜੀ, ਥੈਂਕ ਯੂ। ਬੀਜੇਪੀ ਦੀਆਂ ਸਰਕਾਰਾਂ ਉਹਨਾਂ 'ਚ ਵੱਧ ਹੈ। ਇਹ ਡਰਾਮਾ ਕਰਨ ਦੀ ਲੋੜ ਨਹੀਂ, ਲੋਕ ਸਭ ਸਮਝਦੇ ਆ। ਮਿਹਰਬਾਨੀ ਜੀ ਭਾਜੀ, ਥੈਂਕ ਯੂ। ਤੁਸੀਂ ਸਾਰੀ ਗੱਲ ਆਪਣੀ ਕਹਿ ਲਈ ਹੈ। ਸਵੈ ਸਾਹਿਬ ਤੁਸੀਂ ਦੀਪਾ ਜੀ ਨੂੰ ਸੁਣਿਆ, ਉਹਨਾਂ ਨੇ ਕਿਹਾ ਜੋ ਤੇਲ ਕੀਮਤਾਂ ਦੇ ਵਾਧੇ ਦੀ ਗੱਲ ਆ, ਕਹਿੰਦੇ ਵੀ ਡਰਾਮਾ ਕਰ ਰਹੀ ਹੈ ਕੈਪਟਨ ਅਮਰਿੰਦਰ ਸਰਕਾਰ ਤੇ। ਕਾਂਗਰਸ ਪਾਰਟੀ ਆਪਣੇ ਤੌਰ ਤੇ ਕੁਝ ਘਟਾ ਨਹੀਂ ਰਹੇ। ਪਾਰਟੀ ਦੇ ਮੁੱਦੇ ਤੇ ਉਹਨਾਂ ਨੇ ਕਿਹਾ ਕਿ ਸੱਚਤਾ ਬੋਲੇ ਤੇ ਛਾਨਣੀ ਕੀ ਬੋਲੇ। ਕਾਂਗਰਸ ਪਾਰਟੀ ਦਾ ਆਪਣਾ ਹੀ ਲੀਡਰਸ਼ਿਪ ਦੇ ਵਿੱਚ ਇਹ ਹਾਲ ਹੈ। ਅੱਜ ਜੇ ਆਪਾਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੀ ਵੀ ਗੱਲ ਜੋੜ ਕੇ ਕਰ ਲਈਏ ਤਾਂ ਨਵਜੋਤ ਸਿੱਧੂ ਜਿਹਦੇ ਬਾਰੇ ਇੰਨੀ ਲਗਾਤਾਰ ਕੋਸ਼ਿਸ਼ ਕੀਤੀ ਗਈ ਸਵੈ ਜੀ, ਅੱਜ ਸ਼ਾਇਦ ਥੋੜੀ ਬਹੁਤੀ ਉੱਥੇ ਕਿਤੇ ਸਦਨ 'ਚ ਝਲਕ ਪਈ ਹੋਏਗੀ ਆਉਣ ਦੀ, ਪਰ ਅੱਜ ਵੀ ਕਿਸੇ ਐਕਸ਼ਨ 'ਚ ਉਹ ਨਜ਼ਰ ਨਹੀਂ ਆਏ ਤੇ ਉਹਨਾਂ ਨੇ ਪਾਰਟੀ ਹਾਈ ਕਮਾਂਡ ਦੀ ਗੱਲ ਵੀ ਲੀਡਰਸ਼ਿਪ ਦੀ ਕੀਤੀ ਹੈ। ਜੀ ਸਵੈ ਜੀ। ਪਹਿਲਾਂ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਿਵੇਂ ਰਜਿੰਦਰ ਦੀਪਾ ਜੀ ਵਰਗੇ ਪੜ੍ਹੇ ਲਿਖੇ ਸਿਆਣੇ ਬੰਦੇ ਇੰਨੇ ਵਧੀਆ ਢੰਗ ਨਾਲ ਅਕਾਲੀ ਦਲ ਦੀ ਨੁਮਾਇੰਦਗੀ ਕਰ ਰਹੇ ਹੈ। ਤੇ ਜਿਵੇਂ ਨਾ ਜਗਮੀਤ ਬਰਾੜ ਜੀ ਦੀ ਗੱਲ ਕੀਤੀ ਹੈ, ਉਹਦੇ ਲਈ ਵੀ ਸਾਨੂੰ ਖੁਸ਼ੀ ਹੁੰਦੀ ਹੈ। ਦੇਖੋ ਹੈ ਤਾਂ ਪ੍ਰੋਡਕਟ ਤਾਂ ਕਾਂਗਰਸ ਦੇ ਨੇ ਨਾ ਇਹ, ਇੰਨੇ ਵਧੀਆ ਲੀਡਰ। ਸਾਨੂੰ ਇਸ ਗੱਲ ਦਾ ਇੱਕ ਦੁੱਖ ਵੀ ਹੈਗਾ ਕਿ ਸਾਡੇ ਕੋਲੋਂ ਇਹ ਸਾਨੂੰ ਛੱਡ ਕੇ ਚਲੇ ਗਏ ਨੇ। ਦੀਪਾ ਜੀ ਕਾਂਗਰਸ ਸਾਂਭ ਨਹੀਂ ਸਕੀ ਨਾ ਜੀ, ਫਿਰ ਕਾਂਗਰਸ ਤੇ ਹਾਂ ਸਾਡਾ ਪਾਰਟੀ ਤਾਂ ਕਿਤੇ ਨਾ ਕਿਤੇ ਦੇਖੋ ਇਸ ਗੱਲ ਦੀ ਤਾਂ ਸਾਨੂੰ ਦੁੱਖ ਤਾਂ ਹੈਗਾ ਤੇ ਕਿਤੇ ਨਾ ਕਿਤੇ ਘਾਟ ਵੀ ਹੈਗੀ ਹੈ। ਇੰਨੇ ਵਧੀਆ ਲੀਡਰ ਜਿਹੜੇ ਸਾਨੂੰ ਛੱਡ ਕੇ ਜਾਣ, ਕਿਤੇ ਨਾ ਕਿਤੇ ਨੁਕਸਾਨ ਹੁੰਦਾ। ਦੀਪਾ ਜੀ ਕਹਿੰਦੇ ਸਭ ਦੀਪਾ ਜੀ ਕਹਿੰਦੇ ਜਿਹੜੇ ਦੂਜੇ G23 ਹੈ, ਉਹ G23 ਜਿਹੜੇ ਦੂਜੇ ਆ ਉਹਨਾਂ ਨੂੰ ਸਾਂਭ ਲਓ, ਕਿਤੇ ਉਹ ਨਾ ਇਸ ਤਰ੍ਹਾਂ ਦੀ ਸਥਿਤੀ 'ਚ ਆ ਜਾਣ। ਹਾਂ ਨਹੀਂ ਇਹ ਠੀਕ ਕਹਿੰਦੇ ਨੇ, ਲੇਕਿਨ ਇਸ ਗੱਲ ਦੀ ਜਿਹੜੀ ਪਾਰਟੀ ਸਾਡੀ ਬੜੀ ਸੰਜੀਦਗੀ ਢੰਗ ਨਾਲ ਹੈਗਾ, ਸੰਜੀਦਾ ਢੰਗ ਦੇ ਨਾਲ ਬੜੀ ਡੂੰਘੀ ਸੋਚ ਵਿਚਾਰ ਇਸ ਤਰ੍ਹਾਂ ਕਰ ਰਹੀ ਹੈ ਕਿ ਸਾਡਾ ਜਿਹੜਾ ਕੋਈ ਇੱਦਾਂ ਦੇ ਹੀਰੇ ਨੇ ਸਾਡੇ ਉਹ ਪਾਰਟੀ ਦੇ ਵਿੱਚ, ਉਹ ਸਾਨੂੰ ਕਿਤੇ ਛੱਡ ਕੇ ਨਾ ਜਾਣ ਤੇ ਉਹਨਾਂ ਦਾ ਜਿਹੜਾ ਹੈਗਾ ਬਕਾਇਦਾ ਆਦਰ ਮਾਣ ਮੁੱਲ ਜਿਹੜਾ ਹੈਗਾ ਉਹ ਪੂਰਾ ਪਾਉਣਾ ਚਾਹੀਦਾ ਹੈਗਾ। ਬਹੁਤ ਇਹ ਦੇਖੋ ਮੈਂ ਤਾਂ ਕਹਿਣਾ ਕਿ ਦੀਪਾ ਜੀ ਨੂੰ ਵੀ ਹੋਰਾਂ ਨੂੰ ਵੀ ਇਦਾਂ ਦੀ, ਚਲੋ ਤੁਸੀਂ ਪਾਰਟੀ 'ਚ ਹੈਗੇ ਵਧੀਆ ਗੱਲ, ਵਧੀਆ ਕੰਮ ਕਰ ਰਹੇ ਨੇ। ਸਾਨੂੰ ਸਾਰਿਆਂ ਨੂੰ ਜਿੱਥੇ ਜਿੱਥੇ ਵੀ ਆਪਾਂ ਹੈਗੇ ਆ, ਕਿਤੇ ਨਾ ਕਿਤੇ ਆਪਾਂ ਨੂੰ ਜਿਹੜੀ ਹੈਗੀ ਹੈ ਪਾਰਟੀ ਦੀ ਲਾਈਨ ਲੈਂਦੇ ਹੋਏ ਵੀ ਲੋਕਾਂ ਦੀ ਗੱਲ ਵੀ ਜਿਹੜੀ ਕਰਨੀ ਆ ਉਹ ਬਹੁਤ ਜ਼ਰੂਰੀ ਬਣ ਜਾਂਦੀ ਹੈ। ਸਵੈ ਸਾਹਿਬ ਇੰਨੀਆਂ ਤਰੀਫਾਂ ਕਰਦੀਆਂ ਕਿਤੇ ਲਾਈਨ 'ਚ ਤੇ ਨਹੀਂ,
ਸਵੈ ਸਾਹਿਬ ਇੰਨੀਆਂ ਤਾਰੀਫਾਂ ਨਹੀਂ ਕਰਦੇ ਨਹੀਂ 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 ਐਸੀ ਕੋਈ ਗੱਲ ਲਾਈਨ ਵਾਲੀ ਕੋਈ ਗੱਲ ਨਹੀਂ। ਮੈਂ ਤਾਂ ਤੁਹਾਨੂੰ ਵੀ ਕਹਿਣਾ ਤੁਸੀਂ ਜਿੱਥੇ ਵੀ ਵਿਰਾਜਮਾਨ ਹੋ ਤਾਂ ਗੱਲ ਜਿਹੜੀ ਲੋਕਾਂ ਦੀ ਕਰਨੀ ਬਣਦੀ ਹੈ ਸਾਡੇ ਵੱਲੋਂ। ਜੀ 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 ਸਵੈ ਜੀ ਬਿਲਕੁਲ ਜੋ ਲੋਕਾਂ ਦੀ ਗੱਲ ਕਰਦੇ ਆ ਤਾਂ ਦੀਪਾ ਜੀ ਨੇ ਸਰ ਲੋਕਾਂ ਦੀ ਗੱਲ ਕੀਤੀ ਹੈ। ਉਹਨਾਂ ਨੇ ਕੀਤਾ ਗਵਰਨਰ ਦੇ ਭਾਸ਼ਣ ਦੀ ਗੱਲ ਕੀਤੀ ਹੈ ਕਿ ਉਹੀ ਗਵਰਨਰ ਹੈ ਜਿਹਨੇ ਪਿਛਲੀ ਵਿਧਾਨ ਸਭਾ ਨੇ ਜਿਹੜਾ ਖੇਤੀ ਕਾਨੂੰਨ ਦੇ ਖਿਲਾਫ ਜਿਹੜੇ ਮਤੇ ਪਾਸ ਕੀਤੇ ਸੀ ਉਹ ਆਪਣੇ ਕੋਲ ਰੱਖੀ ਬੈਠਾ ਹੈ ਕਿ ਹੁਣ ਰੈੱਡ ਕਾਰਪਟ ਵਿਛਾਇਆ, ਉਹਦਾ ਬਾਈਕਾਟ ਕਰਨਾ ਬਣਦਾ ਸੀ। ਇਹ ਮੁੱਦੇ ਉਹ ਕਹਿੰਦੇ ਸੈਸ਼ਨ ਦੇ ਦੌਰਾਨ, ਕਿਉਂਕਿ ਬਜਟ ਸੈਸ਼ਨ ਹੈ, ਇਹ ਮੁੱਦੇ ਉਠਾਏ ਜਾ ਰਹੇ ਵਿਰੋਧੀ ਧਿਰ ਵੱਲੋਂ। ਦੇਖੋ ਬਿਲਕੁਲ ਵੈਲਕਮ ਕਰਦੇ ਹਾਂ ਅਸੀਂ ਤਾਂ ਜੀ ਵਿਰੋਧੀ ਪਾਰਟੀਆਂ ਦਾ। ਇਹੀ ਤਾਂ ਮੈਂ ਕਹਿਣਾ ਹੈ ਕਿ ਵਿਰੋਧੀ ਪਾਰਟੀਆਂ ਦੀ ਜ਼ਿੰਮੇਵਾਰੀ ਹੈ, ਇਹ ਕੰਮ ਇਹਨੀ ਜ਼ਿੰਮੇਵਾਰੀ ਹੈਗੀ ਉਹਨਾਂ ਦੀ ਕਿ ਉਹ ਜਿਹੜੇ ਮੁੱਦੇ ਨੇ ਉਹ ਸੈਸ਼ਨ ਦੇ ਵਿੱਚ ਉਠਾਉਣ, ਸਾਰੀਆਂ ਗੱਲਾਂ ਬਾਤਾਂ ਕਰਨ, ਸੈਸ਼ਨ ਦੀ ਕਾਰਵਾਈ ਵਧੀਆ ਢੰਗ ਨਾਲ ਚੱਲੇ। ਬਾਈਕ ਬੂਈਕਾਟ ਨੂੰ ਛੱਡੋ, ਉੱਥੇ ਡਿਬੇਟ ਡਿਸਕਸ਼ਨ ਉਹ ਕਰੋ ਆ ਕੇ। ਤੇ ਜਿੱਥੋਂ ਤੱਕ ਗਵਰਨਰ ਦੀ ਗੱਲ ਹੈਗੀ ਆ, ਅਸੀਂ ਗਵਰਨਰ ਕੋਲ ਇਸੇ ਕਰਕੇ ਗਏ ਆ ਨਾ ਜੀ, ਜੋ ਕੇਂਦਰ ਦੀਆਂ ਜਿਹੜੀਆਂ ਨੀਤੀਆਂ ਨੇ ਪੈਟਰੋਲ ਪ੍ਰੋਡਕਟਸ ਦੇ ਜਿਹੜੇ ਰੇਟ ਵਧਾਏ ਨੇ ਉਹਨਾਂ ਵਾਸਤੇ ਅਸੀਂ ਇਹ ਪ੍ਰੋਟੈਸਟ ਕੀਤਾ। ਆਪਣਾ ਬਣਦਾ ਪ੍ਰੋਟੈਸਟ ਬਣਦਾ। ਤੇ ਇਸੇ ਤਰ੍ਹਾਂ ਅਕਾਲੀ ਦਲ ਨੂੰ ਵੀ ਬਣਦਾ ਹੈ ਕਿ ਜਿਹੜੀ ਪੰਜਾਬ ਦੇ ਗਵਰਨਮੈਂਟ ਦੇ ਖਿਲਾਫ ਬੋਲਣਾ ਸੀਗਾ ਉਹ ਤਾਂ ਸੈਸ਼ਨ 'ਚ ਬੋਲੋ, ਉੱਥੇ ਡਿਬੇਟ ਕਰੋ। ਕੇਂਦਰ ਸਰਕਾਰ ਦੇ ਖਿਲਾਫ ਅੱਜ ਜਿਹੜਾ ਹੈਗਾ ਆਪਾਂ ਗਵਰਨਰ ਕੋਲ ਜਾਣਾ, ਜਾ ਕੇ ਆਪਾਂ ਪੈਟਰੋਲ ਡੀਜ਼ਲ ਤੇ ਗੈਸ ਦੀਆਂ ਜਿਹੜੀਆਂ ਵਧੀਆ ਕੀਮਤਾਂ ਨੇ ਉਹਦੇ ਖਿਲਾਫ ਆਪਾਂ ਜ਼ੋਰਦਾਰ ਢੰਗ ਨਾਲ ਜਿਹੜੀ ਗੱਲ ਕਰਦੇ ਆ, ਕਰਨੀ ਚਾਹੀਦੀ ਸਾਨੂੰ। ਜਿਵੇਂ ਅਸੀਂ ਕਿਸਾਨਾਂ ਦੇ ਮੁੱਦੇ ਤੇ ਦੇਖੋ, ਮੈਂ ਇੱਥੇ ਅਕਾਲੀ ਦਲ ਬੇਸ਼ੱਕ 2-2.5 ਮਹੀਨੇ ਪਹਿਲਾਂ ਗਾਹੇ ਵਗਾਹੇ ਪੁੱਠੇ ਰਾਹ ਤੇ ਪਿਆ ਰਿਹਾ, ਲੇਕਿਨ ਬੈਟਰ ਸੈਂਸ ਪ੍ਰਵੇਲ ਕਰ ਗਈ ਉਹਨਾਂ ਤੇ। ਉਹ ਕਿਸਾਨਾਂ ਮੁੱਦੇ ਤੇ ਵੀ ਹੈਗੇ, ਪੰਜਾਬ ਦੇ ਲੋਕਾਂ ਨਾਲ ਕਿਸਾਨਾਂ ਨਾਲ ਖੜ ਗਏ ਆ ਕੇ। ਇਸੇ ਤਰ੍ਹਾਂ ਸਾਡੀ ਪਾਰਟੀ ਸ਼ੁਰੂ ਤੋਂ ਕਿਸਾਨਾਂ ਨਾਲ ਖੜੀ ਹੈ, ਅਸੀਂ ਗੱਲ ਕਰ ਰਹੇ ਹਾਂ, ਸ਼ੁਰੂ ਤੋਂ ਕਰ ਰਹੇ ਹਾਂ ਤੇ ਕਰਨੀ ਚਾਹੀਦੀ ਹੈ। ਹਰ ਇੱਕ ਨੂੰ ਚਾਹੀਦੀ ਹੈ ਕਰਨੀ, ਜਿਹੜੇ ਕਿਸੇ ਪੋਲੀਟੀਕਲ ਪਾਰਟੀ 'ਚ ਨਹੀਂ ਹੈਗੇ ਬੰਦੇ ਉਹਨਾਂ ਨੂੰ ਵੀ ਕਰਨੀ ਚਾਹੀਦੀ ਹੈ, ਤਾਂ ਕਿ ਜਿਹੜੇ ਤਿੰਨੇ ਕਾਲੇ ਕਾਨੂੰਨਾਂ ਦੇ ਖਿਲਾਫ ਲੜਾਈ ਚੱਲ ਰਹੀ ਹੈ ਇਹ ਆਪਾਂ ਜਿੱਤੀਏ। ਹਾਂ ਦੇਖੋ ਸੈਸ਼ਨ ਦਾ ਇਹ ਹੈਗਾ, ਹੁਣ ਇਲੈਕਸ਼ਨ ਵੀ ਨੇੜੇ ਹੈਗਾ, ਹੋਣਾ ਹੀ ਹੋਣਾ ਇਲੈਕਸ਼ਨ। ਕਨਸਟੀਟਿਊਸ਼ਨ ਸੰਵਿਧਾਨ ਦੀ ਜਿਹੜੀ ਹੈਗੀ ਹੈ ਪ੍ਰਕਿਰਿਆ ਉਹ ਚੱਲਣੀ ਹੈਗੀ ਹੈ। ਪੋਲੀਟੀਕਲ ਪਾਰਟੀਆਂ ਨੇ ਆਪ ਦੀ ਗੱਲ ਕਰਨੀ ਹੁੰਦੀ ਹੈ, ਸਾਰੀਆਂ ਕਰ ਰਹੀਆਂ ਨੇ। ਸੋ ਆਪਾਂ ਸਾਰੇ ਇਸ ਮਤਲਬ ਇੱਕ ਮੁੱਦਾ ਜਿਹੜਾ ਹੈਗਾ ਮੇਨ ਏਮ ਜਿਹੜਾ ਦੇਖੋ ਹਰ ਪੋਲੀਟੀਕਲ ਪਾਰਟੀ ਦਾ ਹੁੰਦਾ ਹੈ ਕਿ ਪਾਵਰ ਦੇ ਵਿੱਚ ਆਉਣਾ, ਐਮਐਲਏ ਜਾਂ ਆਪਣੇ ਜਿਹੜੀ ਹੈਗੀ ਹੈ ਮੈਜੋਰਟੀ ਲੈ ਕੇ ਆਉਣੀ ਕੋਸ਼ਿਸ਼ ਹੁੰਦੀ ਹੈਗੀ ਹੈ। ਪੋਲੀਟੀਕਲ ਪਾਰਟੀ ਹੁੰਦੀ ਇਸ ਪਰਪਸ ਵਾਸਤੇ ਹੈਗੀ ਹੈ। ਲੇਕਿਨ ਇਹਦੇ ਨਾਲ ਦੇ ਨਾਲ ਆਪਾਂ ਨੂੰ ਲੋਕਾਂ ਵਾਸਤੇ ਜਿਹੜੀ ਹੈਗੀ ਹੈ ਪੋਜ਼ਿਟਿਵਲੀ ਆਪਾਂ ਡਿਵੈਲਪਮੈਂਟ ਦੇ ਕੰਮ ਤੁਹਾਨੂੰ ਕਰਾਵਾਂਗੇ, ਕਰਾ ਰਹੇ ਹਾਂ ਅਸੀਂ ਵਿਧਾਨ ਸਭਾ 'ਚ ਵੀ ਕਰਾਵਾਂਗੇ। ਜਿਹੜਾ ਰਹਿੰਦਾ ਸਾਲ ਦੇ 10 ਮਹੀਨੇ ਹੈਗੇ ਹੈ ਉਹਦੇ ਵਿੱਚ ਵੀ ਅਸੀਂ ਵੱਡੇ ਲੈਵਲ ਤੇ ਡਿਵੈਲਪਮੈਂਟ ਜਿਹੜੇ ਅਟਕੇ ਪਏ ਨੇ ਜਾਂ ਜਿਹੜੇ ਚੱਲ ਰਹੇ ਨੇ ਉਹ ਪੂਰੇ ਕਰਕੇ ਅਸੀਂ ਪੂਰੇ ਆਪ ਦੀ ਰਿਪੋਰਟ ਕਾਰਡ ਲੋਕਾਂ ਸਾਹਮਣੇ ਰੱਖਾਂਗੇ, ਡਿਟੇਲ 'ਚ ਰੱਖਾਂਗੇ, ਤਾਂ ਹੀ ਵੋਟ ਮੰਗਾਂਗੇ। ਅਗਰ ਲੋਕਾਂ ਨੂੰ ਮਨਜ਼ੂਰ ਹੋਏਗਾ ਤਾਂ ਵੋਟ ਪਾਉਣਗੇ, ਨਹੀਂ ਸਾਨੂੰ ਮਨਜ਼ੂਰ ਹੋਏਗਾ ਨਹੀਂ ਵੋਟ। ਜਿਹੜਾ ਦੀਪਾ ਜੀ ਨੇ ਲਿਆ ਸਵੈ ਜੀ, ਜਿਹੜਾ ਦੀਪਾ ਜੀ ਨੇ ਇੱਕ ਸਵਾਲ ਉਠਾਇਆ, ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਆ, ਜਦੋਂ ਆਪਾਂ ਤੇਲ ਦੀਆਂ, ਡੀਜ਼ਲ ਦੀਆਂ ਤੇ ਪੈਟਰੋਲ ਦੀਆਂ ਕੀਮਤਾਂ 'ਚ ਵਾਧੇ ਦੀ ਗੱਲ ਕਰਦੇ ਆਂ, ਗੈਸ ਸਿਲੰਡਰ ਦੀ ਕੀਮਤਾਂ ਦੇ ਵਾਧੇ ਦੀ ਗੱਲ ਕਰਦੇ ਆਂ, ਉਹ ਕਹਿੰਦੇ ਜਿਹੜੀ ਪੰਜਾਬ ਸਰਕਾਰ ਆਪਣੇ ਹਿੱਸੇ ਦਾ ਆਪਣਾ ਟੈਕਸ ਵੀ ਤਾਂ ਕੁਝ ਘਟਾਏ ਨਾ। ਇਹ ਦੇਖੋ ਦੋ ਗੱਲਾਂ ਨੇ ਜੀ। ਇੱਕ ਤਾਂ ਜਿਹੜੀ ਹੈਗੀ ਹੈ ਕੇਂਦਰ ਦਾ ਜਿਹਦਾ ਐਕਸਾਈਜ਼ ਵੱਧਦਾ ਹੈ ਤਾਂ ਐਕਸਾਈਜ਼ ਦੇ ਵਿੱਚੋਂ ਸ਼ੇਅਰ ਸਟੇਟ ਦਾ ਵੀ ਆਉਂਦਾ ਹੈ। ਲੇਕਿਨ ਜਦੋਂ ਕੇਂਦਰ ਕੋਈ ਸੈਸ ਲਾਉਂਦੀ ਹੈ, ਜਿਵੇਂ ਹੁਣ ਐਗਰੀਕਲਚਰ ਇਨਫਰਾਸਟ੍ਰਕਚਰ ਸੈਸ ਲਾਈ ਹੈ ਡੀਜ਼ਲ ਤੇ ਪੈਟਰੋਲ ਤੇ, ਉਹਦੇ ਵਿੱਚ ਸਟੇਟ ਦਾ ਕੋਈ ਸ਼ੇਅਰ ਨਹੀਂ ਹੁੰਦਾ ਹੈਗਾ, ਉਹ ਸਿਰਫ ਤੇ ਸਿਰਫ ਕੇਂਦਰ ਨੂੰ ਜਾਂਦਾ ਹੈ। ਪਹਿਲਾਂ ਵੀ ਉਹਨਾਂ ਨੇ ਐਜੂਕੇਸ਼ਨ ਸੈਸ ਲਾਈ ਸੀ, ਉਹ ਵੀ ਸਾਰਾ ਜਿਹੜਾ ਸ਼ੇਅਰ ਸੀਗਾ ਉਹ ਸੈਂਟਰ ਨੂੰ ਜਾਂਦਾ ਸੈਸ ਦੇ ਵਿੱਚ। ਜਿੱਥੋਂ ਤੱਕ ਪੰਜਾਬ ਜਿਹੜੀ ਗਵਰਨਮੈਂਟ ਦਾ ਸਵਾਲ ਹੈਗਾ ਵੈਟ ਦਾ, ਦੇਖੋ ਅਸੀਂ ਵਾਅਦਾ ਵੀ ਕੀਤਾ ਸੀਗਾ ਅਸੀਂ ਘਟਾਵਾਂਗੇ, ਤੇ ਇਸ ਤੇ ਸਰਕਾਰ ਸਾਡੀ ਵਿਚਾਰ ਵੀ ਜਿਹੜੀ ਹੈਗੀ ਆ ਕਰ ਸਕਦੀ ਹੈ, ਕਿਉਂਕਿ ਕੁਛ ਨਾ ਕੁਝ ਰਾਹਤ ਦੇਣੀ ਲੋਕਾਂ ਨੂੰ ਬਣਦੀ ਹੈ। ਲੇਕਿਨ ਮੈਂ ਕੋਈ ਅੱਜ ਵਾਅਦਾ ਨਹੀਂ ਕਰ ਸਕਦਾ ਆਪਣੇ ਤੌਰ ਤੇ, ਲੇਕਿਨ ਸਰਕਾਰ ਸੋਚ ਰਹੀ ਹੈ। ਲੇਕਿਨ ਮੁਸ਼ਕਲ ਇਸ ਗੱਲ ਦੀ ਹੈਗੀ ਹੈ ਕਿ ਸਾਡੇ ਫੰਡਸ ਜਿਹੜੇ ਹੈਗੇ ਨੇ, ਪੰਜਾਬ ਸਟੇਟ ਦੇ ਜਿਹੜੇ ਫੰਡਸ ਨੇ ਉਹ ਪਹਿਲਾਂ ਹੀ ਅਸੀਂ ਬਹੁਤ ਪਿੱਛੇ ਆ, ਬਹੁਤ ਘੱਟ ਰਹੇ। ਸਾਡਾ GST ਵੀ ਰੁਕਿਆ ਪਿਆ ਹੈ, ਬਹੁਤ ਲੇਟ ਆਉਂਦਾ ਜੀ, ਅਜੇ 8,000 ਕਰੋੜ ਦੇ ਨੇੜੇ ਪਿਆ ਹੈ। ਤੇ ਜਿਵੇਂ ਪਿੰਡੂ ਵਿਕਾਸ ਫੰਡ ਸਾਡਾ ਉਹ ਵੀ ਇਸ ਵਾਰ ਰੋਕ ਲਿਆ। ਬਾਕੀ ਜਿਹੜੀ ਹੁਣ GST ਜਿਵੇਂ ਲਾਗੂ ਕੀਤਾ ਉਹਦੇ ਵਿੱਚ ਵੈਸੇ ਹੀ ਜਿਹੜੀ ਹੈਗੀ ਹੈ ਆਮਦਨ ਘਟ ਰਹੀ ਹੈ ਸਾਡੀ। ਸੋ ਸਾਰੀਆਂ ਗੱਲਾਂ ਦੇਖ ਕੇ ਜਿੱਥੇ ਜਿੱਥੇ ਹੈਗੇ ਆ ਉਹ ਜਿੰਨਾ ਕੁ ਬੈਲੈਂਸ ਬਣਾ ਕੇ, ਜਿੰਨਾ ਕੁ ਸਟੇਟ ਕਰ ਸਕਦੀ ਹੈ, ਜਿੰਨਾ ਕੁ ਕੋਸ਼ਿਸ਼ ਕੋਈ ਸਕੋਪ ਜਿਹੜਾ ਹੈਗਾ ਉਹਦੇ ਭੱਜਦੀ ਨਹੀਂ ਹੈਗੀ ਜੀ। ਮਤਲਬ ਠੀਕ ਹੈ, ਕਰਿਆ ਜਾਏਗਾ। ਮੈਂ ਵਾਅਦਾ ਕੋਈ ਨਹੀਂ ਕਰਦਾ, ਲੇਕਿਨ ਸਰਕਾਰ ਇਸ ਤੇ ਜਿਹੜੀ ਹੈਗੀ ਕਰ ਰਹੀ ਹੈ ਜੀ। ਜੀ ਬਿਲਕੁਲ, ਜਿਹੜਾ ਸਵੈ ਜੀ ਤੁਸੀਂ ਠੀਕ ਫਰਮਾ ਰਹੇ ਹੋ ਕਿ ਬਜਟ ਸੈਸ਼ਨ ਦੇ ਚੱਲਦਿਆਂ ਆਪਾਂ ਡਿਬੇਟ ਦੇ ਵਿੱਚ ਜਾਂ ਬਾਹਰ ਕੋਈ ਵੀ ਮੀਡੀਆ ਦੇ ਅੰਦਰ ਅਨਾਉਂਸਮੈਂਟ ਕੀਤੀ ਵੀ ਨਹੀਂ ਜਾ ਸਕਦੀ, ਕਿਉਂਕਿ ਸਦਨ ਦਾ ਇਹ ਅਧਿਕਾਰ ਹੈ, ਸਦਨ ਦੇ ਅੰਦਰ ਹੀ ਕੋਈ ਇਹੋ ਜਿਹੀ ਅਨਾਉਂਸਮੈਂਟ ਹੋ ਸਕਦੀ ਹੈ। ਬਿਲਕੁਲ ਸਹੀ ਕਹਿ ਰਹੇ ਹੋ।
ਪ੍ਰੋਫੈਸਰ ਮਨਜੀਤ ਸਿੰਘ, ਜਿਸ ਮਾਮਲੇ ਤੇ ਆਪਾਂ ਗੱਲ ਕਰ ਰਹੇ ਹਾਂ, ਅੱਜ ਅਕਾਲੀ ਦਲ ਦੇ ਪ੍ਰਧਾਨ ਨੇ ਜਿਹੜਾ ਐਲਾਨ ਕੀਤਾ ਹੈ, ਰੈਲੀ 'ਚ ਬੋਲਦਿਆਂ ਜਿਹੜੀ ਗੱਲ ਕਹੀ, ਉਹਨਾਂ ਨੇ ਕਿਹਾ ਵੀ ਜੇ ਸਾਡੀ ਸਰਕਾਰ ਆਉਂਦੀ ਹੈ ਤਾਂ 3 ਜਿਹੜੇ ਹੈਗੇ ਖੇਤੀ ਕਾਨੂੰਨ ਜੋ ਕੇਂਦਰ ਨੇ ਲਿਆਂਦੇ ਆ, ਅਸੀਂ ਪੰਜਾਬ 'ਚ ਲਾਗੂ ਨਹੀਂ ਹੋਣ ਦਿਆਂਗੇ। ਉਹਨਾਂ ਨੇ ਸਬਜ਼ੀਆਂ ਤੇ ਫਲਾਂ ਦੇ ਉੱਤੇ ਵੀ ਕਿਹਾ ਕਿ ਅਸੀਂ ਜਿਹੜਾ ਕਿ MSP ਜਿਹੜੀ ਹੈ, ਘੱਟੋ ਘੱਟ ਸਹਾਇਕ ਕੀਮਤ ਜਿਹੜੀ ਹੈ, ਉਹ ਕਿਸਾਨਾਂ ਨੂੰ ਲਾਗੂ ਕਰਾਂਗੇ। ਸੋ ਕਿਵੇਂ ਦੇਖਦੇ ਹੋ ਕਿ ਇਸ ਮੁੱਦੇ ਤੇ ਜੋ ਇਹ ਐਲਾਨ ਕੀਤਾ ਗਿਆ ਹੈ, ਕਿਸਾਨੀ ਅੰਦੋਲਨ ਦੇ ਮੱਦੇਨਜ਼ਰ ਕਿਸ ਪਾਸੇ ਵੱਲ ਨੂੰ ਜਾਏਗੀ ਇਹ ਗੱਲ? ਦੇਖੋ, ਲੋਕਾਂ ਨੂੰ ਵੱਡੇ ਵੱਡੇ ਸੁਪਨੇ ਦਿਖਾ ਕੇ, ਵੱਡੇ ਵੱਡੇ ਚੋਣ ਵਾਅਦੇ ਕਰਕੇ, ਜਿਹਨੂੰ ਇਲੈਕਸ਼ਨ ਮੈਨੀਫੈਸਟੋ ਕਹਿੰਦੇ ਆ, ਉਹ ਬਣਾ ਕੇ ਅੱਜ ਤੱਕ ਲੋਕਾਂ ਦਾ ਬੇਵਕੂਫ ਪਾਰਟੀਆਂ ਵੱਲੋਂ ਬਣਾਇਆ ਜਾ ਰਿਹਾ ਤੇ ਗਾਂ ਵੀ ਜਾਰੀ ਹੈ। ਮੈਨੂੰ ਇਹ ਦੱਸੋ ਵੀ ਜਿਹੜਾ ਸੈਂਟਰ ਦਾ ਐਕਟ ਹੈਗਾ ਉਹ ਤੁਸੀਂ ਲਾਗੂ ਕਿਵੇਂ ਨਹੀਂ ਕਰੋਗੇ? ਲਾਗੂ ਇਸ ਕਰਕੇ ਕਰਨਾ ਮਜਬੂਰੀ ਬਣ ਜਾਂਦੀ ਆ। ਤੁਸੀਂ ਨਾ ਤੇ ਕਰ ਸਕਦੇ ਆ, ਨਾ ਕਰੋ, ਫਿਰ CCL ਲਿਮਿਟ ਦੇ ਪੈਸੇ ਕਿੱਥੋਂ ਲੈ ਕੇ ਆਓਗੇ ਭਾਈ? ਤੇ ਸਰਕਾਰ ਕੋਲੋਂ ਜਿਹੜਾ 50-60 ਹਜ਼ਾਰ ਕਰੋੜ ਰੁਪਈਆ ਦੋਵਾਂ ਫਸਲਾਂ ਲਈ, ਹੋਰਨਾਂ ਫਸਲਾਂ ਲਈ ਹੈਗਾ ਕਿ ਉਹ ਇੰਨਾ ਕਰਕੇ ਤੇ ਉਹਨੂੰ ਹੋਲਡਿੰਗ ਤੇ ਪਾ ਦੇਣ। ਉਹ ਤੇ FCI ਕਮਜ਼ੋਰ ਹੋਈ ਪਈ ਆ, ਕਈ ਲੱਖ ਕਰੋੜ ਰੁਪਏ ਦੀ ਕਰਜ਼ਾਈ ਆ, ਜਿਹਦੇ ਚੋਂ ਕੱਢਣ ਲਈ ਹੁਣ ਸਰਕਾਰ ਨੇ ਕੁਝ ਪੈਸੇ FCI ਨੂੰ ਦਿੱਤੇ ਆ। ਜੀ ਪ੍ਰੈਸਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਸੋ ਸੁਖਬੀਰ ਬਾਦਲ ਨੇ ਜਿਹੜਾ ਐਲਾਨ ਕੀਤਾ ਹੈ ਕਿਸਾਨੀ ਮੁੱਦੇ ਤੇ, ਤੁਹਾਨੂੰ ਲੱਗਦਾ ਕਿ ਚਲੋ ਇਹ ਮਾਮਲਾ ਚੱਲ ਰਿਹਾ ਹੈ, ਇਹ ਮੇਲਾ ਲੁੱਟਣ ਲਈ ਦਿੱਤਾ ਗਿਆ ਬਿਆਨ ਹੈ? ਕੋਈ ਗੰਭੀਰਤਾ ਨਹੀਂ ਨਜ਼ਰ ਆ ਰਹੀ ਇਹਦੇ 'ਚ? ਨਹੀਂ, ਮੈਂ ਤਾਂ ਤੁਹਾਡੇ ਸਾਹਮਣੇ ਸਗੋਂ ਸਾਰਿਆਂ ਦੇ ਬੈਠੇ ਆ ਸਵਾਲ ਕਰ ਰਿਹਾ ਆ ਕਿ ਅੱਜ ਜੇ 3 ਕਾਨੂੰਨ ਵਾਪਸ ਲੈ ਲਏ ਜਾਣ, ਮੰਨ ਲਓ, ਤੇ MSP ਦੀ ਗਰੰਟੀ ਸਰਕਾਰ ਕਹੇ ਅਸੀਂ ਨਹੀਂ ਦਿੰਦੇ, ਦੇਖੀ ਜਾਊਗੀ, ਜਿਹੋ ਜਿਹੀ ਹੋਊਗੀ, ਜਿੰਨੇ ਕੁ ਪੈਸੇ ਹੋਣਗੇ ਉਹਨਾਂ ਕੁ ਖਰੀਦ ਲਾਂਗੇ, ਬਾਕੀ ਨਹੀਂ ਸਾਡੇ ਕੋਲ ਪੈਸੇ ਆ ਗਏ। FCI ਉਹਨਾਂ ਹੀ ਖਰੀਦੂ ਜਿੰਨੀ ਸਾਡੇ ਕੋਲ ਲੋੜ ਹੈ। ਸਾਡੇ ਕੋਲ 3 ਸਾਲ ਦੇ ਬਥੇਰਾ ਅਨਾਜ ਹੈਗਾ ਇੱਥੇ ਪਿਆ ਹੋਇਆ, ਵਾਧੂ ਛੱਡ ਰਿਹਾ ਸਾਡਾ, ਤੇ ਸਾਡੀ FCI ਕਰਜ਼ਾਈ ਆ, ਅਸੀਂ ਲਵਾਂਗੇ ਜਿੰਨੀ ਸਾਨੂੰ ਲੋੜ ਆ, ਸਾਡਾ ਕੋਈ ਬਾਕੀ ਤੁਹਾਨੂੰ ਅਸੀਂ ਕੋਈ ਸਾਡਾ ਦਾਣਾ ਤੁਹਾਡਾ ਚੁੱਕਣਾ ਪੈਸਾ ਤੁਹਾਨੂੰ ਦੇਣਾ, ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਇਹ ਖਤਮ ਆ ਕੰਮ, 2-3 ਸਾਲਾਂ ਦਾ ਹੀ ਖੇਲ ਆ, ਖੇਤੀ ਖਤਮ ਹੋ ਜੂਗੀ। ਇਸ ਲਈ ਇਹ ਸਾਰੀਆਂ ਗੱਲਾਂ ਰਲੀਆਂ ਹੋਈਆਂ। ਤੁਸੀਂ ਇਹ ਕਹਿ ਦੇਣਾ ਤੇ ਬੜਾ ਹੈਗਾ, ਅਸੀਂ 3 ਕਾਨੂੰਨ ਲਾਗੂ ਨਹੀਂ ਕਰੋਗੇ। ਖਰੀਦੋਗੇ ਕਿਵੇਂ? ਕਿਹੜੇ ਪੈਸੇ ਨਾਲ ਖਰੀਦੋਗੇ? ਪੰਜਾਬ ਕੋਲ ਪੈਸੇ ਇੰਨੇ ਹੈ ਨਹੀਂ, ਇਹ ਉੱਥੋਂ ਹੀ ਖਰੀਦਣੇ ਪੈਣੇ ਆ। ਅਗਲੀਆਂ ਗੱਲਾਂ ਵੀ ਮੈਂ ਕਹਿੰਦਾ ਜਿਹੜਾ ਚੋਣ ਸੁਧਾਰ ਕਰਨ ਦੀ ਲੋੜ ਆ, ਨਹੀਂ ਤੇ ਇਹਨਾਂ ਗੱਲਾਂ ਕਰਕੇ ਉੱਤਰਕਾਂਡੋਂ ਮੈਂ ਚੜਾ, ਕਦੀ ਕੋਈ ਲੈ ਜਾਂਦਾ, ਖਿੱਚ ਤੂੰ ਖੋਆ ਮਾਈ ਸਾਰੀ ਪਈ ਰਹਿੰਦੀ ਚੋਣਾਂ 'ਚ, ਵੱਡੇ ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ, ਉਹਨੂੰ ਕੱਟਣਾ। ਹੁਣ ਤੁਸੀਂ ਚੱਲਣਾ ਨਾ ਜਿੰਨੇ ਦਿਨ ਵੀ ਅਸੈਂਬਲੀ ਸੈਸ਼ਨ ਦੇਖ ਲਿਓ, ਰੋਜ਼ ਕੀ ਹੁੰਦਾ, ਕਿੰਨੀ ਕੁ ਉੱਥੇ ਬਹਿਸ ਹੁੰਦੀ ਆ, ਕਿੰਨੇ ਕੁ ਸੰਜੀਦਾ ਅਸੀਂ ਆਪਣੇ ਡਾਕੂਮੈਂਟ ਲੈ ਕੇ ਉੱਥੇ ਸਬਮਿਟ ਕਰਦੇ। ਕਿਉਂ ਨਹੀਂ ਵਿਰੋਧੀ ਪਾਰਟੀਆਂ ਪੈਰਲਲ ਡਾਕੂਮੈਂਟ ਲੈ ਕੇ ਆਉਂਦੀਆਂ ਔਰ ਉੱਥੇ ਸਬਮਿਟ ਕਰਦੀਆਂ ਔਰ ਉੱਥੇ ਬੋਲਦੀਆਂ ਔਰ ਸਰਕਾਰ ਨੂੰ ਕਾਰਨਰ ਕਰਦੀਆਂ? ਘਰ ਤੋਂ ਕੰਮ ਕਰਕੇ ਆਈਏ ਨਾ ਸਾਰੇ ਜਾਣੇ। ਅਸੀਂ ਸਵਾਏ ਵਿਰੋਧਤਾ ਤੋਂ, ਸਵਾਏ ਉਹਨਾਂ ਨੂੰ ਇਹ ਬੜਾ ਹੀ ਸੌਖਾ ਆ ਰੂਲਿੰਗ ਪਾਰਟੀ ਲਈ ਕਿ ਸਾਡੇ ਵਿਰੁੱਧ ਨਾਅਰੇ ਲਾਓ, ਸਾਡੀ ਵਿਰੋਧਤਾ ਕਰੋ, ਪਰ ਸਾਡਾ ਸਾਰਾ ਕੁਝ ਪਾਸ ਵੀ ਹੋਣ ਦਿਓ। ਉਹ ਪਾਸ ਹੋ ਵੀ ਜਾਂਦਾ, ਉਹ ਤੇ ਮੁੱਦਿਆਂ ਤੇ ਕੋਈ ਗੱਲ ਨਹੀਂ ਹੁੰਦੀ। ਜੇ ਆਉਣ ਵਾਲੇ ਸਮੇਂ 'ਚ ਮੈਂ ਪੰਜਾਬ ਦੇ ਲੋਕਾਂ ਨੂੰ, ਹੋਰਨਾਂ ਨੂੰ ਵੀ, ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਤੁਹਾਡੀ ਡਿਬੇਟ ਰਾਹੀਂ ਕਿ ਹੁਣ ਆਉਣ ਵਾਲੇ ਸਮੇਂ 'ਚ ਪਾਰਟੀਆਂ ਨੂੰ, ਉਹ ਪਾਰਟੀ ਲੋਕਾਂ ਦੇ ਵੋਟਾਂ ਦੀ ਹੱਕਦਾਰ ਹੋਊਗੀ ਜਿਹੜਾ ਚੋਣ ਮੈਨੀਫੈਸਟੋ ਲਿਖਦਿਆਂ ਸਮੇਂ ਇਹ ਨਾਲੋਂ ਨਾਲ ਜਸਟੀਫਿਕੇਸ਼ਨ ਦੇ ਕਿ ਇਹ ਵਾਅਦੇ ਪੂਰੇ ਕਰਨ ਲਈ ਪੈਸੇ ਕਿੱਥੋਂ ਆਉਣਗੇ, ਕਿੰਨੇ ਪੈਸੇ ਲੱਗਣਗੇ ਤੇ ਕਿੰਨੇ ਸਮੇਂ ਦੇ ਅੰਦਰ ਉਹ ਵਾਅਦੇ ਪੂਰੇ ਕੀਤੇ ਜਾਣਗੇ। ਪਹਿਲੇ ਸਾਲ ਕਿੰਨੇ ਕੀਤੇ ਜਾਣਗੇ, ਦੂਜੇ ਸਾਲ ਕਿੰਨੇ ਕੀਤੇ ਜਾਣਗੇ। ਇਹ ਨਹੀਂ ਕਿ ਜਿਹੜਾ ਲਾਸਟ ਬਜਟ ਆ, ਜਿਹੜਾ ਹੁਣ ਮਨਪ੍ਰੀਤ ਸਾਹਿਬ ਨੇ ਕਰਨਾ, ਕਿ ਲਿਆ ਕੇ ਵੱਡੇ ਸਗੂਫੇ ਛੱਡ ਦਿਓ ਤੇ ਜੇ ਚੋਣਾਂ 'ਚ ਦੁਬਾਰਾ ਆ ਗਏ ਤੇ ਫਿਰ ਕਰਜ਼ਾ ਹੋਰ ਲੈ ਲਾਂਗੇ, ਅੱਗੇ ਨਾਲੋਂ ਜ਼ਿਆਦਾ। ਹਰ ਸਾਲ ਕਰਜ਼ਾ ਵਧ ਹੀ ਰਿਹਾ ਜਿਹੜਾ ਆਪਾਂ ਕਰਜ਼ਾ। ਸੋ ਤੁਹਾਨੂੰ ਲੱਗਦਾ ਕਿ ਕਾਨੂੰਨੀ ਤੌਰ ਤੇ ਟਾਈਮ ਪਾਸ ਕਰੋ, ਇਹ ਕੰਮ ਨਹੀਂ ਹੋਣੇ ਚਾਹੀਦੇ ਹੈਗੇ। ਕਾਨੂੰਨੀ ਤੌਰ ਤੇ ਉਹਦੀ ਕੋਈ ਵੈਧਤਾ, ਕੋਈ ਮਾਨਤਾ ਹੋਣੀ ਚਾਹੀਦੀ ਹੈ ਜੇ ਪੋਲੀਟੀਕਲ ਪਾਰਟੀ ਕੋਈ ਐਲਾਨ ਕਰਦੀ ਹੈ? ਐਫੀਡੈਵਿਟ ਨਾਲ ਲੈਣ ਕਿ ਜਿਹੜੀ ਇਲੈਕਸ਼ਨ ਕਮਿਸ਼ਨ ਇੰਡੀਆ ਐਫੀਡੈਵਿਟ ਲਏ ਕਿ ਜੇ ਨਹੀਂ ਪੂਰਾ ਕਰੋਗੇ ਤੇ ਅਸੀਂ ਸਾਲ ਬਾਅਦ ਤੁਹਾਨੂੰ ਬਾਹਰ ਕਰਾਂਗੇ। ਥੈਂਕ ਯੂ ਦੀਪਾ ਜੀ ਤੁਸੀਂ ਆਪਣੀ ਗੱਲ ਵੀ ਮੁਕੰਮਲ ਕਰਿਓ। ਜਿਸ ਮੁੱਦੇ ਤੇ ਗੱਲ ਕੀਤੀ ਹੈ ਪ੍ਰੋਫੈਸਰ ਮਨਜੀਤ ਸਿੰਘ ਨੇ, ਉਹਨਾਂ ਨੇ ਕਿਹਾ ਵੀ ਜਦੋਂ ਆਪਾਂ ਇਦਾਂ ਦੇ ਵਾਅਦੇ ਕਰਦੇ ਹਾਂ ਤੇ ਦੇਖਣ ਦੀ ਇਹ ਵੀ ਲੋੜ ਹੈ ਕਿ ਸਾਡੇ ਕੋਲੇ ਸੋਰਸੇਜ ਹੈ ਜਾਂ ਲੋਕਾਂ ਨੂੰ ਸਿਰਫ ਮੋਬਿਲਾਈਜ਼ ਕਰਨ ਲਈ ਜਾਂ ਚੋਣਾਂ ਦੇ ਮੱਦੇਨਜ਼ਰ ਹੀ ਇਹੋ ਜਿਹੇ ਐਲਾਨ ਕੀਤੇ ਜਾਂਦੇ ਹੈ ਜਿਹਦੀ ਬਾਅਦ ਵਿੱਚ ਕੋਈ ਮਾਨਤਾ ਨਹੀਂ ਰਹਿੰਦੀ। ਦੇਖੋ ਠੀਕ ਹੈ, ਪ੍ਰੋਫੈਸਰ ਮਨਜੀਤ ਸਿੰਘ ਜੀ ਨੇ ਕਿਹਾ, ਜਨਰਲ ਪਾਰਟੀਆਂ ਦਾ ਕਿਹਾ ਕਿ ਜੋ ਵੀ ਪੋਲੀਟੀਕਲ ਪਾਰਟੀਆਂ ਹੁੰਦੀਆਂ ਬੜੇ ਵਾਅਦੇ ਕਰਦੀਆਂ ਪਰ ਕਿੰਨੇ ਕੁ ਪੂਰੇ ਕਰਦੀਆਂ, ਇਹ ਵੇਖਣ ਵਾਲੀ ਗੱਲ ਹੈ। ਪਰ ਮੈਂ ਜਿੱਥੋਂ ਤੱਕ ਜਾਣਦਾ ਪਿਛਲੇ 10 ਸਾਲ ਜਦੋਂ ਕਾਂਗਰਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਮੈਂ ਇਹ ਤਾਂ ਨਹੀਂ ਕਹਾਂਗਾ ਕਿ 100% ਜੋ ਮੈਨੀਫੈਸਟੋ 'ਚ ਇਹਨਾਂ ਨੇ ਵਾਅਦੇ ਕੀਤੇ ਹੋਣੇ ਸ਼੍ਰੋਮਣੀ ਅਕਾਲੀ ਦਲ ਨੇ
ਸਾਰੇ ਪੂਰੇ ਹੋਣਗੇ, ਪਰ ਮੈਂ ਸਮਝ 90% ਤੋਂ ਵੱਧ ਉਹਨਾਂ ਵਕਤ 'ਚ ਵਾਅਦੇ ਪੂਰੇ ਹੋਏ ਹੈ। ਜੋ ਡਿਵੈਲਪਮੈਂਟ ਉਹਨਾਂ 10 ਸਾਲਾਂ ਦੇ ਹੋਈ, ਉਹ ਅੱਜ ਵੀ ਮੂੰਹ ਬੋਲਦੀ ਤੁਹਾਡੇ ਸਾਹਮਣੇ ਹੈ। ਅੱਜ ਇੰਟਰਨੈਸ਼ਨਲ 에ਅਰਪੋਰਟ ਜੋ ਬਣਿਆ ਹੈ ਸਾਡਾ ਮੁਹਾਲੀ ਔਰ ਸਾਰੇ ਏਰੀਏ ਦੀ ਜਿਹੜੀ ਡਿਵੈਲਪਮੈਂਟ ਹੋਈ ਹੈ, ਕਿਵੇਂ ਹੋਈ ਹੈ, ਇਹ ਸਾਰਾ 10 ਸਾਲਾਂ ਦੇ ਵਿੱਚ ਹੀ ਇਹ ਮੁਹਾਲੀ ਡਿਵੈਲਪਮੈਂਟ ਹੋਈ ਹੈ। ਇੱਧਰ ਪੰਚਕੂਲਾ ਵੀ ਹੈ, ਉਧਰ ਹੋਰ ਵੀ ਦੀਪਾ ਜੀ ਚਲੋ ਬਿਲਕੁਲ ਦੀਪਾ ਜੀ ਚਲੋ ਇਹ ਤਾਂ ਬਿਲਕੁਲ ਸਹੀ ਹੈ, ਸਾਰੇ ਤਾਂ ਬਿਲਕੁਲ ਸਹੀ ਹੈ। ਇਹ ਪੰਜਾਬ ਦੇ ਲੋਕ ਵੇਖਣਗੇ, ਫੈਸਲਾ ਕਰਨਗੇ। ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਇੱਕ ਕਮੈਂਟ ਜਿਹੜਾ ਕੀਤਾ, ਉਹਨਾਂ ਨੇ ਕਿਹਾ ਵੀ ਜਿਹੜੇ ਆਪਾਂ ਕਹਿ ਰਹੇ ਨਾ ਕਿ ਤਿੰਨੇ ਖੇਤੀ ਕਾਨੂੰਨ ਪੰਜਾਬ 'ਚ ਲਾਗੂ ਨਹੀਂ ਕਰਨ ਦਿਆਂਗੇ, ਉਹ ਕਹਿੰਦੇ ਜੇ ਪੰਜਾਬ 'ਚ ਲਾਗੂ ਨਹੀਂ ਕਰਾਂਗੇ ਤਾਂ ਫਸਲਾਂ ਖਰੀਦਣ ਲਈ ਪੰਜਾਬ ਕੋਲੇ ਇੰਨੇ ਸੋਰਸਿਸ ਨਹੀਂ ਹੈ। ਇਹਦੇ ਤੇ ਵੀ ਛੋਟਾ ਜਿਹਾ ਜਵਾਬ ਮੈਂ ਤੁਹਾਡੇ ਤੋਂ ਚਾਹਾਂਗਾ, ਕਿਉਂਕਿ ਕੇਂਦਰ ਨਾਲ ਲੜਾਈ ਲੜਨੀ ਪਏਗੀ ਇਸ ਮੁੱਦੇ ਤੇ। ਦੇਖੋ, ਫਸਲਾਂ ਐਸੀ ਗੱਲ ਨਹੀਂ, ਸਾਡੇ ਤੇ ਕੋਈ ਕੇਂਦਰ ਫਸਲਾਂ ਖਰੀਦ ਕੇ ਸਾਡੇ ਤੇ ਕੋਈ ਆਸਾਨ ਨਹੀਂ ਕਰਦਾ ਵੀ ਸਾਡੇ ਫਸਲਾਂ ਨਹੀਂ ਖਰੀਦਣਗੇ। ਜਿਹੜੀ ਤੁਸੀਂ ਗਰੀਬਾਂ ਨੂੰ ਅਨਾਜ ਦੇਣਾ ਹੁੰਦਾ ਹੈ ਉਹ ਸਾਡੇ ਤੋਂ ਹੀ ਖਰੀਦ ਕੇ ਦੇਣਾ ਪੈਣਾ। ਜਿੱਥੇ ਅਸੀਂ 40-45% ਨੈਸ਼ਨਲ ਪੂਲ ਦੇ ਵਿੱਚ ਪੰਜਾਬ ਪਾਉਂਦਾ ਹੈ, ਆਪਣਾ ਤਾਂ ਝੋਨਾ ਵੀ ਪਾਉਂਦਾ ਹੈ, ਉਹਦੇ 'ਚ ਕਣਕ ਵੀ ਜਾਂਦੀ ਹੈ, ਕਿੱਥੋਂ ਖਰੀਦਣਗੇ? ਖਰੀਦਣਾ ਇੱਥੋਂ ਹੀ ਪੈਣਾ। ਕੋਈ ਸਾਡੇ ਤੇ ਜੇ RBI ਹੈ ਸਾਨੂੰ ਐਡਵਾਂਸ ਦਿੰਦੀ ਹੈ, ਐਡਵਾਂਸ ਬਾਅਦ 'ਚ ਐਡਜਸਟ ਹੁੰਦਾ ਹੈ, ਉਹ ਅਸੀਂ ਕੋਈ ਰੱਖ ਕੇ ਥੋੜੀ ਬੈਠ ਜਾਂਦੇ ਹਾਂ। ਬਿਲਕੁਲ ਉਹਦੇ 'ਚ ਉਹ ਕੋਈ ਗੱਲ ਨਹੀਂ, ਉਹ ਸਿਸਟਮ ਹੈ, ਸਿਸਟਮ ਉਸੇ ਤਰ੍ਹਾਂ ਹੀ ਜਾਰੀ ਰਹੂ। ਉਹ ਨਹੀਂ ਵੀ ਖਰੀਦਣਗੇ ਤਾਂ ਫਿਰ ਕਿੱਥੋਂ ਪੂਰਾ ਕਰਨਗੇ? ਪਰ ਜਿੱਥੋਂ ਤੱਕ MSP ਦੀ ਗੱਲ ਹੈ, MSP ਅੱਜ ਮੱਕੀ ਤੇ 1850 ਹੈ, 800-900 ਮਿਲਦੀ ਹੈ। ਮੈਂ ਕਹਿੰਦਾ ਤੁਸੀਂ 1850 ਨਾ ਵੀ ਰੱਖੋ, 1450 ਰੱਖ ਲਓ, ਪਰ ਦਿਓ ਤਾਂ 1450। ਕਿਸਾਨ ਨੂੰ 1450 ਮਿਲਣਾ, ਅੱਜ 900 ਰੁਪਏ ਮਿਲਦਾ। ਕੋਈ ਵੀ ਅਸੀਂ ਫਸਲਾਂ ਉਹਦੇ 'ਚ ਸੈਂਟਰ ਨਾਲ ਅਰੇਂਜਮੈਂਟ ਹੋਣਾ ਚਾਹੀਦਾ ਹੈ, ਅਸੀਂ 50-50% ਦੇ ਦਾਂਗੇ। ਜੀ ਭਾਈ, ਥੈਂਕ ਯੂ ਜੀ ਭਾਈ, ਤੁਹਾਡੀ ਗੱਲ ਆ ਗਈ ਸਰ, ਥੈਂਕ ਯੂ ਵੈਰੀ ਮਚ। ਮੈਂ ਛੋਟੇ ਜਿਹੇ ਕਮੈਂਟ ਜਿਹੜੇ ਗਏ ਸੋਹਲ ਸਾਹਿਬ ਤੋਂ। ਸੋਹਲ ਸਾਹਿਬ, ਜਿਸ ਮੁੱਦੇ ਤੇ ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ ਕਿ ਜਦੋਂ ਪੋਲੀਟੀਕਲ ਪਾਰਟੀਆਂ ਵਾਅਦੇ ਕਰਦੀਆਂ, ਕਿਉਂਕਿ ਦੌਰ ਆ ਗਿਆ ਵਾਅਦਿਆਂ ਦਾ, ਉਹਦੇ ਤੇ ਕੋਈ ਨਾ ਕੋਈ ਕਾਨੂੰਨੀ ਤੌਰ ਤੇ ਲੀਗਲ ਜਿਹੜੀ ਕਿ ਮਾਨਤਾ ਵੈਧਤਾ ਉਹਦੀ ਹੋਣੀ ਚਾਹੀਦੀ ਹੈ। ਪ੍ਰੋਫੈਸਰ ਸਾਹਿਬ ਬਿਲਕੁਲ ਠੀਕ ਕਹਿ ਰਹੇ ਨੇ ਜੀ, ਕਿਉਂਕਿ ਜਿਹੜਾ ਮੈਨੀਫੈਸਟੋ ਹੁੰਦਾ ਪੋਲੀਟੀਕਲ ਪਾਰਟੀ ਦਾ, ਜਿਹਨੂੰ ਆਪਾਂ ਚੋਣ ਮਨੋਰਥ ਕਹਿੰਦੇ ਨੇ, ਚੋਣ ਮਨੋਰਥ ਪੱਤਰ, ਉਹਦੇ ਵਿੱਚ ਜਿਹੜੇ ਵਾਅਦੇ ਹੁੰਦੇ ਨੇ ਜਾਂ ਪ੍ਰਪੋਜ਼ਲਾਂ ਜਾਂ ਸਕੀਮਾਂ ਆਉਂਦੀਆਂ ਨੇ, ਉਹਦੀ ਫਾਈਨੈਂਸ਼ੀਅਲ ਬੈਕਅਪ ਜਿਹੜੀ ਹੁੰਦੀ ਹੈ ਉਹ ਹੋਣੀ ਜ਼ਰੂਰੀ ਹੁੰਦੀ ਹੈਗੀ ਹੈ। ਕਿਉਂਕਿ ਅਦਰ ਬਿਨਾਂ ਫਾਈਨੈਂਸ਼ੀਅਲ ਬੈਕਅਪ ਤੋਂ ਤੇ ਉਹਦੇ ਫਿਰ ਰਿਸੋਰਸਿਸ ਕਿੱਥੋਂ ਆਉਣੇ, ਪੈਸਾ ਕਿੱਥੋਂ ਆਉਣਾ, ਕਿੱਥੋਂ ਜਾਣਾ, ਇਹ ਜ਼ਰੂਰੀ ਹੈ। ਇਹਦੇ ਬਾਰੇ ਸੁਪਰੀਮ ਕੋਰਟ 'ਚ ਵੀ ਕੇਸ ਚੱਲਿਆ ਸੀ ਇੱਕ, ਕਿ ਇੱਦਾਂ ਦੀ ਗੱਲ ਹੋਵੇ, ਤੇ ਨਾਲ ਇਹ ਵੀ ਸੀਗਾ ਕਿ ਇਹਨਾਂ ਨੂੰ ਤੁਸੀਂ ਇੱਕ ਕਾਨੂੰਨੀ ਤੌਰ ਤੇ ਜਿਹੜਾ ਹੈਗਾ ਪਾਬੰਦ, ਜਿਹਨੂੰ ਲੀਗਲੀ ਬਾਈਂਡਿੰਗ ਡਾਕੂਮੈਂਟ ਉਹ ਬਣਾਇਆ ਜਾਵੇ। ਲੇਕਿਨ ਸੁਪਰੀਮ ਕੋਰਟ ਨੇ ਇਹ ਗੱਲ ਨਹੀਂ ਮੰਨੀ। ਉਹਨੇ ਕਿਹਾ ਕਿ ਅਸੀਂ ਇੱਦਾਂ ਜਿਹੜਾ ਨਹੀਂ ਕਰ ਸਕਦੇ ਸੰਵਿਧਾਨਕ ਤੌਰ ਤੇ, ਕਿਉਂਕਿ ਸੰਵਿਧਾਨ ਦੇ ਵਿੱਚ ਇੱਦਾਂ ਦੀ ਕੋਈ ਗੱਲ ਹੈ ਨਹੀਂ ਕਿ ਜੇ ਅਸੀਂ ਬਣਾ, ਅੱਗੇ ਹੋਰ ਗੱਲ ਜਾਂਦੀ ਹੈਗੀ ਹੈ, ਜੇ ਅਸੀਂ ਮਤਲਬ ਇਹਨੂੰ ਲੀਗਲੀ ਬਾਈਂਡਿੰਗ ਡਾਕੂਮੈਂਟ ਬਣਾ ਵੀ ਦਈਏ ਤਾਂ ਇਹਦਾ ਇੱਕ ਨਵੀਂ ਲਿਟੀਗੇਸ਼ਨ ਸ਼ੁਰੂ ਹੋ ਜਾਏਗੀ। ਫਿਰ ਸਾਬਤ ਕਿੱਥੋਂ ਹੋਏਗਾ, ਪ੍ਰੂਫ ਕਿੱਥੋਂ ਹੋਏਗਾ, ਕਿਹੜਾ ਵਾਅਦਾ ਸੀ, ਕਿੱਥੋਂ ਸੀ, ਕਿਵੇਂ ਸੀ, ਮਤਲਬ ਕੇਸਿਸ ਦੇ ਜਿਹੜੇ ਫਲੱਡਸ ਆ ਜਾਣਗੇ ਕੋਰਟ ਦੇ ਵਿੱਚ। ਕੋਰਟਸ ਤਾਂ ਪਹਿਲਾਂ ਹੀ ਇੰਨੇ ਕੇਸ ਡਿਸਾਈਡ ਨਹੀਂ ਕਰ ਸਕਦੀਆਂ। ਸੋ ਅਲਟੀਮੇਟਲੀ ਉਹਨਾਂ ਨੇ ਲੋਕਾਂ ਦੀ ਛੱਡਤਾ ਕਿ ਲੋਕ ਜਿਹੜੇ ਬੈਸਟ ਜੱਜ ਨੇ। ਯੈਸ, ਬਿਲਕੁਲ, ਅੰਤਮ ਫੈਸਲਾ ਲੋਕਾਂ ਦੇ ਹੱਥ, ਅੰਤਮ ਫੈਸਲਾ ਲੋਕਾਂ ਦੇ ਹੱਥ। ਸੋਹਲ ਸਾਹਿਬ, ਥੈਂਕ ਯੂ ਵੈਰੀ ਮਚ। ਸੋਹਲ ਸਾਹਿਬ, ਦੀਪਾ ਜੀ, ਪ੍ਰੋਫੈਸਰ ਮਨਜੀਤ ਸਿੰਘ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਮੇਰੀ ਬੇਨਤੀ ਪ੍ਰਵਾਨ ਕਰਕੇ ਤੁਸੀਂ ਮੇਰੇ ਪੈਨਲ ਤੇ ਚੈਨਲ ਤੇ ਆਏ। ਬਹਿਸ ਦੇ ਵਿੱਚ ਰਾਏ ਵੱਖੋ ਵੱਖਰੀ ਹੋਣੀ ਸੁਭਾਵਿਕ ਹੈ, ਪਰ ਇੱਕ ਗੱਲ, ਜਿਸ ਤਰੀਕੇ ਨਾਲ ਪੰਜਾਬ ਵਿਧਾਨ ਸਭਾ ਦਾ ਇਹ ਆਖਰੀ ਬਜਟ ਸੈਸ਼ਨ ਹੈ ਮੌਜੂਦਾ ਜਿਹੜੀ ਕੈਪਟਨ ਅਮਰਿੰਦਰ ਸਰਕਾਰ ਦਾ, ਜਿਸ ਤਰ੍ਹਾਂ ਅਕਾਲੀ ਦਲ ਨੇ, ਦੂਜੀਆਂ ਵਿਰੋਧੀ ਧਿਰਾਂ ਨੇ ਇਹ ਆਵਾਜ਼ ਉਠਾਈ ਹੈ ਕਿ ਕੈਪਟਨ ਅਮਰਿੰਦਰ ਤੋਂ ਜਵਾਬਦੇਹੀ ਮੰਗੀ ਜਾਏਗੀ ਆਪਣੇ ਸਮੇਂ ਦੀ, ਇਹ ਵੀ ਬਣਦਾ ਹੈ, ਜਿੱਦਾਂ ਸੋਹਲ ਜੀ ਨੇ ਕਮੈਂਟਸ ਕੀਤੇ ਹੈ ਕਿ ਜੇ ਕਾਨੂੰਨੀ ਤੌਰ ਤੇ ਵੀ ਇਸ ਮੁੱਦੇ ਤੇ ਕੋਈ ਮਾਨਤਾ ਨਹੀਂ ਹੋ ਸਕਦੀ, ਘੱਟੋ ਘੱਟ ਲੋਕਾਂ ਨੂੰ ਇਸ ਲੋਕਤੰਤਰ 'ਚ ਇੰਨੇ ਜ਼ਰੂਰ ਮਜ਼ਬੂਤ ਹੋਣਾ ਚਾਹੀਦਾ ਹੈ ਕਿ ਜਿਹੜੀ ਵੀ ਰਾਜਸੀ ਧਿਰ ਚੋਣਾਂ ਦੇ ਵੇਲੇ ਵਾਅਦੇ ਕਰਦੀ ਹੈ, ਉਹ ਵਾਅਦਿਆਂ ਦੀ ਜਵਾਬਦੇਹੀ ਹੋਣੀ ਚਾਹੀਦੀ ਹੈ, ਤਾਂ ਕਿ ਅਗਲੀ ਵਾਰ ਲੇਖਾ ਜੋਖਾ ਜਿਹੜਾ ਉਸ ਹਿਸਾਬ ਦੇ ਨਾਲ ਕੀਤਾ ਜਾਏ, ਰੱਦ ਕੀਤਾ ਜਾਏ ਜਾਂ ਪਾਸ ਕੀਤਾ ਜਾਏ। ਇਹਦਾ ਆਧਾਰ ਲੇਖਾ ਜੋਖਾ ਹੋਣਾ ਚਾਹੀਦਾ ਹੈ। ਇਹਨਾਂ ਮੁੱਦਿਆਂ ਤੇ ਆਉਣ ਦੇ ਲਈ ਤੁਹਾਡੇ ਸਾਰਿਆਂ ਵੱਲੋਂ ਇੱਕ ਵਾਰ ਮੈਂ ਮੁੜ ਕੇ ਆਪਣੇ ਮਹਿਮਾਨਾਂ ਦਾ ਧੰਨਵਾਦੀ ਹਾਂ, ਤੇ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।